हाँ जी प्यारे दोस्तों, सब तो पहला साਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ 10ਵੀਂ ਜਮਾਤ ਦੇ ਮੈਥ ਪੰਜਾਬ ਬੋਰਡ ਦੇ ਚੈਪਟਰ ਨੰਬਰ 1 ਵਾਸਤਵਿਕ ਸੰਖਿਆਵਾਂ। ਇਸ ਦੀ ਆਪਾਂ 1.1 ਐਕਸਰਸਾਈਜ਼ ਕਰਾਂਗੇ, ਜਿਸ ਦੇ ਵਿੱਚ ਆਪਾਂ ਉਸ ਦੀਆਂ ਉਦਾਹਰਨਾਂ, ਉਸ ਦੇ ਐਕਸਰਸਾਈਜ਼ ਦੇ ਸਾਰੇ ਪ੍ਰਸ਼ਨ ਅਤੇ ਇਸ ਦੀ ਜਿਹੜੀ ਥਿਊਰਮ ਹੈ ਉਹ ਵੀ ਐਕਸਪਲੇਨ ਕਰਾਂਗੇ। ਤੇ ਹੁਣ ਆਪਾਂ ਜਿਹੜੇ ਇਸ ਦਾ ਪਹਿਲਾ ਕੁਐਸਚਨ ਹੈ ਉਹ ਸ਼ੁਰੂ ਕਰਦੇ ਹਾਂ। ਯੂਕਲਿਡ ਵੰਡ ਐਲਗੋਰਿਥਮ ਵਿਧੀ ਨਾਲ 455 ਅਤੇ 42 ਦਾ ਮੰਮਾ ਸੱਸਾ ਬਾਵਾ ਪਤਾ ਕਰੋ। ਠੀਕ ਹੈ, ਜਿਹੜਾ ਸਾਡਾ ਕੁਐਸਚਨ ਹੈਗੇ ਇਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੋਵੇਗਾ, ਤੇ 455 ਅਤੇ 42 ਦਾ ਮੰਮਾ ਸੱਸਾ ਬਾਵਾ ਪਤਾ ਕਰਨਾ ਹੈ। ਤੇ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ 455 ਤੋਂ ਸ਼ੁਰੂ ਕਰਦੇ ਹਾਂ। ਹੁਣ ਯੂਕਲਿਡ ਪ੍ਰੇਮਿਕਾ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਨਾ ਅਸੀਂ ਇੱਕ ਗੱਲ ਦੇਖਣੀ ਹੈ, ਜਿਹੜੀ ਸਾਡੇ ਕੋਲ ਇਹ ਵਿਧੀ ਹੋਊਗੀ, ਇਸ ਦੇ ਵਿੱਚ ਜਿਹੜੀ ਵੱਡੀ ਸੰਖਿਆ ਹੈ ਉਸ ਨੂੰ ਅਸੀਂ ਵਿੱਚ ਰੱਖਣਾ ਹੈ। ਸਾਡੇ ਕੋਲ 455 ਅਤੇ ਇਸ ਨੂੰ ਅਸੀਂ ਵਿੱਚ ਰੱਖਾਂਗੇ। ਜਿਹੜੀ ਸਾਡੇ ਕੋਲ ਛੋਟੀ ਸੰਖਿਆ 42 ਅਤੇ ਇਸ ਨੂੰ ਅਸੀਂ ਇੱਥੇ ਰੱਖ ਕੇ ਇਸ ਦੀ ਵੰਡ ਕਰ ਦੇਵਾਂਗੇ। ਅਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਇਸ ਨੂੰ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਇਸ ਤਰ੍ਹਾਂ ਚਲੇ ਜਾਵੇਗਾ, 420 ਆ ਜਾਵੇਗਾ। ਠੀਕ ਹੈ, ਅਤੇ ਇੱਥੇ ਅਸੀਂ ਲਿਖਾਂਗੇ 10, ਇੱਥੇ ਅਸੀਂ 10 ਲਿਖਾਂਗੇ ਅਤੇ ਸਾਡੇ ਕੋਲ ਜਿਹੜਾ 35 ਹੈ ਉਹ ਬਾਕੀ ਆ ਜਾਵੇਗਾ। ਠੀਕ ਹੈ, ਇਸ ਤਰ੍ਹਾਂ ਡਿਵਾਈਡ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਆਉਂਦਾ ਹੀ ਹੋਵੇਗਾ। ਅਤੇ ਇਸ ਤਰ੍ਹਾਂ ਇਸ ਪ੍ਰੋਸੈਸ ਦੇ ਨਾਲ ਇਸ ਨੂੰ ਅਸੀਂ ਡਿਵਾਈਡ ਕਰਾਂਗੇ। ਠੀਕ ਹੈ, ਜਿਹੜਾ ਇੱਥੇ ਆ ਜਾਵੇਗਾ ਉਸ ਨੂੰ ਗੁਣਾ ਦੇ ਵਿੱਚ ਲਿਖ ਦੇਵਾਂਗੇ 42 ਦੇ ਨਾਲ। 42 ਗੁਣਾ 10 ਪਲੱਸ 35 ਜੋੜ 35। ਠੀਕ ਹੈ, ਇਹ ਸਾਡੇ ਕੋਲ ਪੂਰਾ ਜੋੜ ਕੇ 455 ਬਣਦਾ ਹੈ। ਇਸ ਤੋਂ ਬਾਅਦ ਆਪਾਂ ਦੁਹਰਾਵਾਂਗੇ ਸੈਕਿੰਡ ਸਟੈਪ। ਇਸ ਤੋਂ ਬਾਅਦ ਆਪਾਂ ਦੁਹਰਾਵਾਂਗੇ ਸੈਕਿੰਡ ਸਟੈਪ। ਹੁਣ ਭਾਜਕ ਕੀ ਹੈ, ਜਿਹੜੇ ਅੱਖਰ 'ਤੇ ਅਸੀਂ ਭਾਗ ਕੀਤਾ ਸਾਡਾ ਹੈਗਾ 42 ਅਤੇ ਬਾਕੀ ਕਿੰਨਾ ਆਇਆ 35। ਇਸ ਨੂੰ ਲੈ ਕੇ ਯੂਕਲਿਡ ਪ੍ਰੇਮਿਕਾ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਠੀਕ ਹੈ, ਇਸ ਤੋਂ ਬਾਅਦ ਜਿਹੜਾ ਅਸੀਂ ਫੇਰ ਪ੍ਰੋਸੈਸ ਦੁਹਰਾਉਣਾ ਹੈ। ਠੀਕ ਹੈ, ਇਹਦੇ ਵਿੱਚ ਅਸੀਂ ਦੇਖਣਾ ਹੈ ਕਿ ਜਿਹੜਾ ਇੱਥੇ ਸਾਡੇ ਕੋਲ 42 ਆਇਆ ਹੈ, ਠੀਕ ਹੈ, ਉਸ ਨੂੰ ਅਸੀਂ ਇੱਥੇ ਲਿਖ ਦੇਵਾਂਗੇ, ਇੱਥੇ ਲਿਖ ਦੇਵਾਂਗੇ। ਅਤੇ ਜਿਹੜਾ ਸਾਡੇ ਕੋਲ 35 ਆਇਆ ਉਸ 'ਤੇ ਅਸੀਂ ਡਿਵਾਈਡ ਕਰਾਂਗੇ। ਅਤੇ ਦੁਬਾਰਾ ਫੇਰ ਅਸੀਂ ਜਿਹੜਾ 35 ਹੈ ਉਸ ਨੂੰ ਅਸੀਂ ਬਾਹਰ ਰੱਖ ਲਵਾਂਗੇ। ਠੀਕ ਹੈ, ਅਤੇ ਜਿਹੜਾ 42 ਹੈ ਉਸ ਨੂੰ ਅਸੀਂ ਵਿੱਚ ਰੱਖ ਲਵਾਂਗੇ। ਅਤੇ ਫਿਰ ਅਸੀਂ 35 ਦਾ ਪਹਾੜਾ ਪੜਾਂਗੇ। 35 ਏਕਮ 35, 35 ਏਕਮ 35 ਅਤੇ 7 ਜਿਹੜਾ ਸਾਡੇ ਕੋਲ ਬਾਕੀ ਆ ਜਾਵੇਗਾ। ਠੀਕ ਹੈ, ਅਤੇ ਇਸ ਨੂੰ ਅਸੀਂ ਇਸ ਪ੍ਰੋਸੈਸ ਦੇ ਵਿੱਚ ਲਿਖ ਸਕਦੇ ਹਾਂ 35 ਗੁਣਾ 1 35 ਪਲੱਸ 7 ਬਰਾਬਰ 42। ਅਤੇ ਇਸ ਤੋਂ ਬਾਅਦ ਅਸੀਂ ਸੇਮ ਸਟੈਪ ਫੇਰ ਦੁਹਰਾਵਾਂਗੇ। ਠੀਕ ਹੈ, ਜਦੋਂ ਤੱਕ ਸਾਡੇ ਕੋਲ ਇੱਥੇ 0 ਬਾਕੀ ਨਹੀਂ ਆ ਜਾਂਦਾ। ਅਤੇ ਅਸੀਂ 35 ਨੂੰ ਇਸ ਜਗ੍ਹਾ 'ਤੇ ਲਿਖਾਂਗੇ, 35 ਨੂੰ ਇਸ ਜਗ੍ਹਾ 'ਤੇ ਲਿਖਾਂਗੇ। ਠੀਕ ਹੈ, ਇਸ ਨੂੰ 7 'ਤੇ ਡਿਵਾਈਡ ਕਰਾਂਗੇ ਅਤੇ ਅਸੀਂ ਦੇਖਦੇ ਹਾਂ। ਅਤੇ ਹੁਣ ਭਾਜਕ 35 ਅਤੇ 7 ਨੂੰ ਲੈ ਕੇ ਯੂਕਲਿਡ ਪ੍ਰੇਮਿਕਾ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਨੂੰ ਪ੍ਰੇਮਿਕਾ ਲਿਖ ਪੜ੍ਹਨਾ। ਠੀਕ ਹੈ, ਜਦੋਂ ਅਸੀਂ ਇਸ ਨੂੰ 35 ਨੂੰ 7 ਦੇ ਉੱਤੇ ਡਿਵਾਈਡ ਕਰਾਂਗੇ, 7 ਗੁਣਾ 5 ਬਰਾਬਰ 35 ਪਲੱਸ 0, ਅਤੇ ਹੁਣ ਸਾਡੇ ਕੋਲ 0 ਬਾਕੀ ਆ ਗਿਆ। ਇਸ ਤੋਂ ਬਾਅਦ ਅਸੀਂ ਜਿਹੜਾ ਪ੍ਰੋਸੈਸ ਹੈ ਇਹਦਾ ਡਿਵਾਈਡ ਕਰਨ ਵਾਲਾ ਉਹ ਅਸੀਂ ਬੰਦ ਕਰ ਦੇਣਾ। ਧਿਆਨ ਦਿਓ, ਇੱਥੇ ਬਾਕੀ ਸਿਫਰ ਆ ਗਿਆ, ਅਸੀਂ ਅੱਗੇ ਕੁਝ ਨਹੀਂ ਕਰ ਸਕਦੇ। ਠੀਕ ਹੈ, ਇੱਥੇ ਭਾਜਕ 7 ਹੀ 455 ਅਤੇ 42 ਦਾ ਮੰਮਾ ਸੱਸਾ ਬਾਵਾ ਹੈ। ਇਸ ਤਰ੍ਹਾਂ ਜਿਹੜਾ ਸਾਡੀ ਪਹਿਲੀ ਉਦਾਹਰਨ ਹੈ ਇਹ ਅਸੀਂ ਇਹਦੇ ਐਕਸਰਸਾਈਜ਼ ਦੇ ਕੁਐਸਚਨ ਕਰਾਵਾਂਗੇ, ਪਰ ਜਿਹੜਾ ਅਸੀਂ ਇਹ ਸਵਾਲ ਕਰਾਇਆ ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਦੇ ਲਈ ਕਰਾਇਆ। ਠੀਕ ਹੈ, ਜਿਹੜਾ ਅਸੀਂ ਲਾਸਟ ਦੇ ਉੱਤੇ ਜਿਸ ਅੱਖਰ 'ਤੇ ਇੱਥੇ ਵੰਡਿਆ ਜਾਵੇਗਾ, ਠੀਕ ਹੈ, ਇੱਥੇ 7 ਹੈ ਤਾਂ ਇਹੀ ਸਾਡਾ ਮੰਮਾ ਸੱਸਾ ਬਾਵਾ ਹੋਵੇਗਾ। ਸਾਨੂੰ ਮੰਮਾ ਸੱਸਾ ਬਾਵਾ ਪਤਾ ਕਰਨ ਨੂੰ ਕਿਹਾ, ਅਤੇ ਜਿਹੜਾ ਇੱਥੇ ਸਾਡਾ ਭਾਜਕ ਹੋਵੇਗਾ ਉਹੀ ਸਾਡਾ ਮੰਮਾ ਸੱਸਾ ਬਾਵਾ ਹੋਵੇਗਾ। ਅਤੇ ਇਸ ਸਵਾਲ ਦਾ ਆਨਸਰ ਹੈ ਜਿਹੜਾ 7 ਸਾਡਾ ਮੰਮਾ ਸੱਸਾ ਬਾਵਾ ਹੈ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਦਿਖਾਓ ਕਿ ਇੱਕ ਧਨਾਤਮਕ ਨਿਸ਼ਚਿਤ ਸੰਖਿਆ ਸੰਪੂਰਨ ਸੰਖਿਆ 2Q ਦੇ ਰੂਪ ਦੀ ਹੁੰਦੀ ਹੈ ਅਤੇ ਹਰ ਇੱਕ ਧਨਾਤਮਕ ਟਾਂਕ ਸੰਪੂਰਨ ਸੰਖਿਆ 2Q ਪਲੱਸ 1 ਦੇ ਰੂਪ ਦੀ ਹੁੰਦੀ ਹੈ, ਜਿੱਥੇ Q ਕੋਈ ਸੰਪੂਰਨ ਸੰਖਿਆ ਹੈ। ਇੱਥੇ ਕਈ ਦੀ ਜਗ੍ਹਾ 'ਤੇ ਕੋਈ ਲਿਖਿਆ ਹੋਇਆ ਹੈ। ਠੀਕ ਹੈ, ਕੋਈ ਮਤਲਬ ਕੋਈ ਵੀ ਸੰਖਿਆ। ਠੀਕ ਹੈ, ਅਤੇ ਹੁਣ ਅਸੀਂ ਤੁਹਾਨੂੰ ਇੱਕ ਉਦਾਹਰਨ ਦੇ ਰੂਪ 'ਚ ਸਮਝਾਉਂਦੇ ਹਾਂ ਇਹ ਕਿਉਂ ਕਹਿ ਰਹੇ ਨੇ ਇਸ ਗੱਲ ਨੂੰ। ਮੰਨ ਲਿਆ ਅਸੀਂ ਕੋਈ ਵੀ ਸੰਖਿਆ ਲੈ ਲਈ, ਇੱਕ ਲੈ ਲਈ ਅਸੀਂ ਟਾਂਕ। ਠੀਕ ਹੈ, ਅਤੇ ਅਸੀਂ ਲੈ ਲਈ ਇੱਕ ਟਾਂਕ। ਠੀਕ ਹੈ, ਇੱਕ ਟਾਂਕ ਸੰਖਿਆ, ਅਤੇ ਇੱਕ ਲੈ ਲਈ ਅਸੀਂ ਜਿਸਤ ਸੰਖਿਆ ਕੋਈ ਵੀ। ਠੀਕ ਹੈ, ਮੰਨ ਲਿਆ 50, ਅਤੇ ਇਸ ਨੂੰ ਅਸੀਂ ਲਿਖਾਂਗੇ 2 ਗੁਣਾ
24 प्लस 1। ठीक है, ਅਸੀਂ ਇਸ ਨੂੰ 2 ਦੀ ਗੁਣਾ ਦੇ ਵਿੱਚ ਲਿਖਣਾ ਹੈ ਕਿਉਂਕਿ ਅਸੀਂ 2 ਕਿਊ ਦੇ ਰੂਪ ਵਿੱਚ ਲਿਖਣਾ ਹੈ ਤੇ ਇੱਥੇ ਸਾਡਾ ਕਿਊ ਦੀ ਸੰਖਿਆ 24 ਆ ਜਾਵੇਗੀ। ਠੀਕ ਹੈ, ਤੇ ਪਲੱਸ 1 ਆ ਜਾਵੇਗਾ, ਇਹ ਰੂਪ ਦੇ ਵਿੱਚ ਲਿਖ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀ ਸਾਡੀ ਦੂਜੀ ਸੰਖਿਆ ਹੈ 50, ਇਸ ਨੂੰ ਆਪਾਂ ਲਿਖਾਂਗੇ 2 ਗੁਣਾ 25। ਠੀਕ ਹੈ, ਤੇ 2 ਗੁਣਾ 25 ਲਿਖਤਾ ਤੇ ਸਾਡੇ ਕੋਲ 50 ਆ ਜਾਵੇਗਾ। ਠੀਕ ਹੈ, ਇੱਥੇ ਜਿਹੜੀ ਸਾਡੀ ਕਿਊ ਤੋਂ ਬਾਅਦ ਜੋੜ ਦੇ ਵਿੱਚ 0 ਨਹੀਂ ਆਈ ਤਾਂ ਇਹ ਕਿਹੜਾ ਰੂਪ ਹੋ ਗਿਆ, ਤੇ ਸਾਡੇ ਕੋਲ 2 ਕਿਊ ਦਾ ਰੂਪ ਹੋ ਗਿਆ ਉੱਪਰਲਾ ਵਾਲਾ। ਠੀਕ ਹੈ, 2 ਕਿਊ ਦਾ ਰੂਪ ਹੋ ਗਿਆ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹੁਣ ਦੁਬਾਰਾ। ਹੁਣ ਜੇ ਸਾਡੇ ਕੋਲ 51 ਵੀ ਹੁੰਦਾ, ਜੇਕਰ ਸਾਡੇ ਕੋਲ ਸੰਖਿਆ ਹੁੰਦੀ 51, ਠੀਕ ਹੈ, ਤਾਂ ਇਸ ਨੂੰ ਲਿਖ ਸਕਦੇ ਅਸੀਂ 2 ਗੁਣਾ 25 ਪਲੱਸ 1। ਤਾਂ ਇਹਦਾ ਮਤਲਬ ਇਹ ਹੋ ਗਿਆ ਜਿਹੜੀਆਂ ਸਾਰੀਆਂ ਸੰਖਿਆਵਾਂ ਨੇ ਉਹਨੂੰ ਅਸੀਂ ਜਾਂ ਤਾਂ 2 ਕਿਊ ਦੇ ਰੂਪ ਵਿੱਚ ਜਾਂ ਫਿਰ 2 ਕਿਊ ਪਲੱਸ 1 ਦੇ ਰੂਪ ਵਿੱਚ ਲਿਖ ਸਕਦੇ ਹਾਂ। ਤੇ ਕਿਊ ਇੱਕ ਸੰਪੂਰਨ ਸੰਖਿਆ ਹੈ। ਤਾਂ ਹੁਣ ਇਸ ਦੇ ਵਿੱਚ ਸਾਨੂੰ ਸਿਰਫ ਕਿਹਾ ਜਿਹੜੀ ਟਾਂਕ ਸੰਖਿਆ ਮਤਲਬ ਜਿਸ ਤਰ੍ਹਾਂ ਅਸੀਂ 51 ਦਾ ਦਿਖਾਇਆ ਹੈ। ਠੀਕ ਹੈ, 2 ਗੁਣਾ 25 ਪਲੱਸ 1, ਤਾਂ ਇੱਕ ਦੇ ਰੂਪ ਵਿੱਚ ਲਿਖਿਆ ਜਾਵੇਗਾ ਇਹ ਪਲੱਸ 1 ਦੇ ਰੂਪ ਵਿੱਚ, ਕਿਉਂਕਿ ਇਹ ਟਾਂਕ ਸੰਖਿਆ ਹੈ। ਹੁਣ ਅਸੀਂ ਆਪਾਂ ਇਹਨੂੰ ਜਿਹੜੇ ਇਸ ਤਰ੍ਹਾਂ ਤੁਸੀਂ ਕਿਤਾਬ ਦੇ ਵਿੱਚ ਆਨਸਰ ਦੇਣਾ ਉਸ ਤਰੀਕੇ ਨਾਲ ਕਰਦੇ ਹਾਂ ਹੱਲ। ਮੰਨ ਲਓ ਕੋਈ ਧਨਾਤਮਕ ਸੰਪੂਰਨ ਸੰਖਿਆ ਹੈ। ਠੀਕ ਹੈ, ਅਸੀਂ ਕੋਈ ਵੀ ਸੰਖਿਆ ਲੈ ਲਈ a। ਠੀਕ ਹੈ, ਅਤੇ b ਬਰਾਬਰ 2 ਹੈ। ਹੁਣ ਯੂਕਲਿਡ ਵੰਡ ਐਲਗੋਰਿਥਮ ਤੋਂ ਕਿਸੇ ਸੰਪੂਰਨ ਸੰਖਿਆ q ਗ੍ਰੇਟਰ ਦੈਨ 0 ਦੇ ਲਈ 2 ਬਰਾਬਰ q ਪਲੱਸ r, ਜਿੱਥੇ r ਬਰਾਬਰ 0 ਹੈ ਜਾਂ 1 ਹੈ, ਕਿਉਂਕਿ ਜਿਹੜਾ r ਹੈ ਉਹ 2 ਤੋਂ ਛੋਟਾ ਹੈ, 0 ਹੈ ਜਾਂ 1 ਹੈ। ਠੀਕ ਹੈ, ਇਹਦੇ ਵਿੱਚ ਅਸੀਂ ਇਹੀ ਮਤਲਬ ਬਣਦਾ ਇਹਦਾ a ਬਰਾਬਰ 2q ਪਲੱਸ ਜਾਂ a ਬਰਾਬਰ 2q ਪਲੱਸ 1 ਹੈ। ਠੀਕ ਹੈ, ਅਸੀਂ ਤੁਹਾਨੂੰ ਜਿਹੜਾ ਸਾਰਾ ਪ੍ਰੋਸੈਸ ਸਮਝਾਇਆ ਸੀ 48 ਵਾਲਾ, ਠੀਕ ਹੈ, ਅਤੇ 51 ਵਾਲਾ 49 ਵਾਲਾ ਸਮਝਾਇਆ ਸੌਰੀ। ਠੀਕ ਹੈ, 49 ਵਾਲਾ ਅਤੇ 51 ਵਾਲਾ ਉਹ ਇਸੀ ਸੀ ਸਾਰਾ। ਜੇਕਰ 2 ਕਿਊ ਹੈ ਤਾਂ ਇਹ ਇੱਕ ਜਿਸਤ ਸੰਪੂਰਨ ਸੰਖਿਆ ਹੈ। ਜੇਕਰ 2 ਕਿਊ ਹੈ ਤਾਂ ਇੱਕ ਜਿਸਤ ਸੰਪੂਰਨ ਸੰਖਿਆ ਹੈ। ਨਾਲ ਹੀ ਧਨਾਤਮਕ ਸੰਪੂਰਨ ਸੰਖਿਆ ਜਾਂ ਤਾਂ ਜਿਸਤ ਹੁੰਦਾ ਹੈ ਜਾਂ ਟਾਂਕ। ਇਸ ਲਈ ਕੋਈ ਵੀ ਧਨਾਤਮਕ ਟਾਂਕ ਸੰਖਿਆ ਸੰਪੂਰਨ ਸੰਖਿਆ ਦੇ ਰੂਪ ਵਿੱਚ ਹੋਵੇਗੀ। ਠੀਕ ਹੈ, ਹੁਣ ਅਸੀਂ ਜਿਹੜਾ ਤੁਹਾਨੂੰ ਸਮਝਾਇਆ ਸੀ ਪ੍ਰੋਸੈਸ ਉਹ ਇਸ ਤਰ੍ਹਾਂ ਸੀ। ਇਹਨਾਂ ਨੇ ਧਨਾਤਮਕ ਟਾਂਕ ਸੰਖਿਆ ਕਿਹਾ। ਧਨਾਤਮਕ ਟਾਂਕ ਸੰਖਿਆ ਕੀ ਹੈ ਸਾਡੇ ਕੋਲ ਧਨਾਤਮਕ ਸੰਖਿਆ ਹੈਗੀ ਆ 49। ਠੀਕ ਹੈ, ਅਤੇ ਇਹਨੂੰ ਆਪਾਂ ਲਿਖਾਂਗੇ 2 ਗੁਣਾ 24 ਦੁਣਾ 48। ਠੀਕ ਹੈ, ਪਲੱਸ 1। ਤਾਂ ਇੱਥੇ ਜਿਹੜਾ 24 ਹੈ ਉਹ ਸਾਡਾ ਕਿਊ ਹੈ, ਇੱਥੇ ਕਿਊ ਲਿਖਿਆ ਜਾਵੇਗਾ ਬੱਚਿਓ। ਠੀਕ ਹੈ, ਇੱਥੇ ਇਸ ਤਰ੍ਹਾਂ ਲਿਖਿਆ ਜਾਵੇਗਾ 2 ਕਿਊ ਪਲੱਸ 1 ਹੈ। ਠੀਕ ਹੈ, ਤਾਂ ਅਸੀਂ ਇਸ ਨੂੰ ਇਸ ਰੂਪ ਦੇ ਵਿੱਚ ਲਿਖਾਂਗੇ ਕਿਉਂਕਿ ਇਹ ਟਾਂਕ ਸੰਖਿਆ। ਜਿਹੜੀ ਸਾਡੇ ਕੋਲ ਜਿਸਤ ਸੰਖਿਆ ਹੈਗੀ ਹੈ ਉਹ ਸਾਡੇ ਕੋਲ ਹੈਗੀ ਹੈ ਜਿਸ ਤਰ੍ਹਾਂ 50, 2 ਬਰਾਬਰ 25 ਗੁਣਾ 2। ਠੀਕ ਹੈ, 25 ਗੁਣਾ 2 ਆ ਜਾਵੇਗਾ। ਤਾਂ ਇੱਥੇ ਸਾਡੇ ਪਲੱਸ ਦੇ ਵਿੱਚ 0 ਆਵੇਗੀ, 0 ਨੂੰ ਲਿਖਣ ਦੀ ਕੋਈ ਲੋੜ ਨਹੀਂ, r ਬਰਾਬਰ ਸਾਡੇ ਕੋਲ 0 ਆ ਗਈ। ਠੀਕ ਹੈ, ਇਸ ਤਰ੍ਹਾਂ ਇਹ 2 ਕਿਊ ਦਾ ਰੂਪ ਹੈ। ਠੀਕ ਹੈ, ਇਹਨਾਂ ਨੇ ਸਾਨੂੰ ਟਾਂਕ ਦੇ ਲਈ ਕਿਹਾ, ਤਾਂ ਟਾਂਕ ਦਾ ਸਾਡਾ ਰੂਪ ਕੀ ਹੋਵੇਗਾ 2 ਕਿਊ ਪਲੱਸ 1। ਇੱਥੇ ਬੱਚਿਓ ਤੁਸੀਂ ਸਹੀ ਕਰ ਲੈਣਾ ਹੈਗਾ ਇਹ ਜਗ੍ਹਾ 'ਤੇ। ਇੱਥੇ ਤੁਸੀਂ ਲਿਖਣਾ ਹੈ 2 ਕਿਊ ਪਲੱਸ 1। ਠੀਕ ਹੈ, ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਉਦਾਹਰਨ ਨੰਬਰ 3। ਦਿਖਾਓ ਕਿ ਇੱਕ ਧਨਾਤਮਕ ਟਾਂਕ ਸੰਪੂਰਨ ਸੰਖਿਆ 4 ਕਿਊ ਪਲੱਸ 1 ਜਾਂ 4 ਕਿਊ ਪਲੱਸ 3 ਦੇ ਰੂਪ ਦੀ ਹੁੰਦੀ ਹੈ, ਜਿੱਥੇ ਕਿਊ ਇੱਕ ਸੰਪੂਰਨ ਸੰਖਿਆ ਹੈ। ਠੀਕ ਹੈ, ਇਹ ਸੇਮ ਹੀ ਕੁਐਸਚਨ ਹੈ ਅਤੇ ਇਹਦੇ ਵਿੱਚ ਸਾਨੂੰ ਜਿਹੜਾ 4 ਕਿਊ ਪਲੱਸ 1 ਦੇ ਰੂਪ ਵਿੱਚ ਲਿਖਣਾ, ਅਸੀਂ ਕੋਈ ਵੀ ਸੰਖਿਆ ਲੈ ਲਾਂਗੇ। ਠੀਕ ਹੈ, ਪਰ ਉਹ ਟਾਂਕ ਹੋਣੀ ਚਾਹੀਦੀ ਹੈ। ਜਿਵੇਂ ਅਸੀਂ ਸੰਖਿਆ ਲੈ ਲਈ 17, ਠੀਕ ਹੈ, 19, 21, ਕੁਝ ਵੀ ਲੈ ਲਓ ਸੰਖਿਆ, ਉਸ ਨੂੰ ਅਸੀਂ ਇਸ ਰੂਪ ਦੇ ਵਿੱਚ ਲਿਖਾਂਗੇ। ਠੀਕ ਹੈ, ਇਹਨੂੰ ਆਪਾਂ ਲਿਖਣਾ 4 ਗੁਣਾ 4 ਪਲੱਸ 1, 4 ਗੁਣਾ 4 16 ਪਲੱਸ 1, ਇਹ 17 ਬਣ ਗਿਆ। ਠੀਕ ਹੈ, ਤਾਂ ਇਹ ਪਲੱਸ 1 ਦੀ ਫਾਰਮ ਦੇ ਵਿੱਚ ਆ ਗਈ, ਸਾਡਾ ਪਹਿਲਾਂ ਇਹ ਹੋ ਗਿਆ। ਠੀਕ ਹੈ, ਇਸ ਤੋਂ ਬਾਅਦ 4 ਗੁਣਾ 4 16 ਪਲੱਸ 3 19। ਠੀਕ ਹੈ, ਤਾਂ ਇਹ ਸਾਡੀ 19 ਸੰਖਿਆ ਬਣ ਗਈ, ਤਾਂ ਇਹ 3 ਦੀ ਰੂਪ ਵਿੱਚ ਆ ਗਈ, ਸਾਡਾ ਇਹ ਵੀ ਸਹੀ ਪ੍ਰੂਵ ਹੋ ਗਿਆ ਮਤਲਬ। ਇਸ ਤੋਂ ਬਾਅਦ ਆਪਾਂ 21 ਦੀ ਗੱਲ ਕਰਦੇ ਹਾਂ, 4 ਗੁਣਾ 5 ਪਲੱਸ 1। ਠੀਕ ਹੈ, ਇਸ ਤੋਂ ਬਾਅਦ ਇਹ ਸੰਖਿਆ ਜਿਹੜੀ ਦੁਬਾਰਾ ਫਿਰ ਰਿਪੀਟ ਇਹੀ ਹੋਊਗੀ। ਤਾਂ ਇਹਨੂੰ ਆਪਾਂ ਸੋਲਵ ਕਰਦੇ ਹਾਂ। ਆਓ ਅਸੀਂ ਇੱਕ ਧਨਾਤਮਕ ਟਾਂਕ ਸੰਪੂਰਨ ਸੰਖਿਆ ਨੂੰ ਲੈ ਕੇ ਸਵਾਲ ਨੂੰ ਹੱਲ ਕਰਨਾ ਸ਼ੁਰੂ ਕਰੀਏ। ਅਸੀਂ a ਅਤੇ b ਬਰਾਬਰ 4 ਅਤੇ ਵੰਡ ਐਲਗੋਰਿਥਮ ਦਾ ਪ੍ਰਯੋਗ ਕਰਦੇ ਹਾਂ, ਕਿਉਂਕਿ 0
ਜਿਹੜਾ ਆਰ ਦੀ ਵੈਲਿਊ ਹੈ ਠੀਕ ਹੈ ਉਹ 0 ਤੋਂ ਲੈ ਕੇ 4 ਦੇ ਵਿਚਕਾਰ ਹੈ, ਇਸ ਲਈ ਸੰਭਾਵਿਤ ਬਾਕੀ। ਤੇ ਇੱਥੇ ਬੱਚੇ ਜਿਹੜੀ ਇੱਕ ਹੋਰ ਮਿਸਟੇਕ ਹੈ, ਇੱਥੇ 0 ਦੇ ਇੱਥੇ ਇਸ ਤਰ੍ਹਾਂ ਦਾ ਸਾਈਨ ਆਵੇਗਾ 0 ਤੋਂ ਬਾਅਦ 0 ਆਰ ਤੋਂ ਵੱਡਾ 4 ਠੀਕ ਹੈ। ਇੱਥੇ ਸਿਰਫ ਇਹੀ ਸਾਈਨ ਰਹੇਗਾ, ਇੱਥੇ ਇਹ ਵਾਲਾ ਸਾਈਨ ਵਰਤਿਆ ਜਾਵੇਗਾ ਕਿਉਂਕਿ 0 ਦੇ ਬਰਾਬਰ ਵੀ ਹੈ। ਤਾਂ ਸਾਡੇ ਸੰਭਾਵਿਤ ਬਾਕੀ ਕਿਹੜੇ ਆਗੇ 0 1 2 3 ਠੀਕ ਹੈ। ਭਾਵ 4 ਸੰਖਿਆਵਾਂ 4Q 4Q + 1 4Q + 2 4Q + 3 ਦਾ ਰੂਪ ਹੋ ਸਕਦਾ ਹੈ, ਜਿੱਥੇ Q ਭਾਗਫਲ ਹੈ। ਇਸ ਤੋਂ ਬਾਅਦ ਕਿਉਂਕਿ A ਇੱਕ ਟਾਂਕ ਸੰਖਿਆ ਹੈ, ਇਸ ਲਈ ਇਹ 4 ਅਤੇ 4Q + 2 ਦੇ ਰੂਪ ਨਹੀਂ ਹੋ ਸਕਦਾ ਕਿਉਂਕਿ ਦੋਵੇਂ 2 'ਤੇ ਵੰਡੇ ਜਾ ਸਕਦੇ ਹਨ ਠੀਕ ਹੈ। ਹੁਣ ਜਿਹੜਾ 4 ਹੈ ਅਤੇ 4Q + 2 ਦਾ ਉਹਦਾ ਰੂਪ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਟਾਂਕ ਸੰਖਿਆ ਦੀ ਲੋੜ ਹੈ, ਇਸ ਕਰਕੇ ਅਸੀਂ ਸਿਰਫ ਇਸ ਲਈ ਕੋਈ ਧਨਾਤਮਕ ਟਾਂਕ ਸੰਖਿਆ ਜਿਹੜੀ 4Q + 1 ਜਾਂ 4Q + 3 ਦੇ ਰੂਪ ਵਿੱਚ ਹੀ ਹੋਵੇਗੀ, ਜਿਹੜਾ ਅਸੀਂ ਤੁਹਾਨੂੰ ਉਦਾਹਰਨ ਲੈ ਕੇ ਸਮਝਾਤੀਆਂ ਠੀਕ ਹੈ। ਇਹ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਾਂ ਅਗਲੇ ਕੁਐਸਚਨ ਕਰਦੇ ਹਾਂ ਅੱਗੇ ਹੋਰ। ਉਦਾਹਰਨ ਨੰਬਰ 4 ਇੱਕ ਮਠਿਆਈ ਵਿਕਰੇਤਾ ਕੋਲ, ਇੱਥੇ ਵਿਕਰੇਤਾ ਹੈ ਠੀਕ ਹੈ, ਵਿੱਚ ਮਿਸਟੇਕਸ ਹੋ ਜਾਂਦੀਆਂ ਨੇ। ਅਤੇ ਇਸ ਤਰ੍ਹਾਂ ਦੀਆਂ ਕੋਲ 420 ਕਾਜੂ ਦੀਆਂ ਬਰਫੀਆਂ ਅਤੇ 130 ਬਦਾਮ ਦੀਆਂ ਬਰਫੀਆਂ ਹਨ। ਉਹ ਇਸ ਤਰ੍ਹਾਂ ਦੀਆਂ ਬਰਫੀਆਂ ਦੀ ਢੇਰੀ ਬਣਾਉਣਾ ਚਾਹੁੰਦਾ ਹੈ, ਇਸ ਤਰ੍ਹਾਂ ਦੀ ਢੇਰੀਆਂ ਬਣਾਉਣੀਆਂ ਚਾਹੁੰਦਾ ਹੈ ਠੀਕ ਹੈ, ਕਿ ਇੱਕ ਢੇਰੀ ਵਿੱਚ ਬਰਫੀਆਂ ਦੀ ਗਿਣਤੀ ਬਰਾਬਰ ਰਹੇ ਅਤੇ ਇਹ ਢੇਰੀਆਂ ਬਰਫੀ ਦੀ ਪਰਾਤ ਵਿੱਚ ਘੱਟੋ ਘੱਟ ਸਥਾਨ ਘੇਰਨ। ਇਸ ਕੰਮ ਲਈ ਹਰ ਇੱਕ ਢੇਰੀ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ ਹਨ। ਹੱਲ ਇਹ ਕੰਮ ਜਾਂਚ ਅਤੇ ਭੁੱਲ ਵਿਧੀ ਨਾਲ ਕੀਤਾ ਜਾ ਸਕਦਾ ਹੈ, ਪਰੰਤੂ ਇਸ ਨੂੰ ਲੜੀਬੱਧ ਵਿੱਚ ਕਰਨ ਦੇ ਲਈ HCF 420 ਅਤੇ 130 ਦਾ ਅਸੀਂ HCF ਪਤਾ ਕਰਾਂਗੇ। ਫਿਰ ਮਮਾ ਸਬਾਵਾ ਤੋਂ ਇੱਕ ਹੋਰ ਢੇਰੀ ਵਿੱਚ ਰੱਖੀਆਂ ਜਾ ਸਕਣੀਆਂ ਬਰਫੀਆਂ ਦੀ ਵੱਧ ਤੋਂ ਵੱਧ ਗਿਣਤੀ ਪ੍ਰਾਪਤ ਹੋਵੇਗੀ, ਜਿਸ ਨਾਲ ਢੇਰੀਆਂ ਦੀ ਸੰਖਿਆ ਘੱਟ ਤੋਂ ਘੱਟ ਹੋਵੇਗੀ ਅਤੇ ਪ੍ਰਾਂਤ ਵਿੱਚ ਇਹ ਬਰਫੀਆਂ ਘੱਟ ਤੋਂ ਘੱਟ ਸਥਾਨ ਘੇਰਨਗੀਆਂ। ਅਤੇ ਹੁਣ ਆਪਾਂ ਜਿਹੜਾ ਯੂਕਲਿਡ ਵਿਧੀ ਨਾਲ ਹੈ ਇਹਦਾ ਮਮਾ ਸਬਾਵਾ ਪਤਾ ਕਰਦੇ ਹਾਂ। ਅਤੇ ਮਮਾ ਸਬਾਵਾ ਪਤਾ ਕਰਨ ਦਾ ਤੁਹਾਨੂੰ ਜਿਹੜਾ ਤਰੀਕਾ ਦੱਸਿਆ ਉਹੀ ਹੈ, ਜਿਹੜੀ ਵੱਡੀ ਸੰਖਿਆ ਉਹਨੂੰ ਅਸੀਂ ਇਸ ਦੇ ਵਿੱਚ ਰੱਖਾਂਗੇ ਠੀਕ ਹੈ, ਅਤੇ ਜਿਹੜੀ ਛੋਟੀ ਸੰਖਿਆ ਉਸ ਨੂੰ ਇੱਥੇ ਰੱਖ ਕੇ ਇਸ ਦਾ ਭਾਗ ਕਰ ਦੇਵਾਂਗੇ ਅਤੇ ਲਗਭਗ 3 'ਤੇ ਜਾਵੇਗਾ ਅਤੇ ਇੱਥੇ 390 ਆ ਜਾਵੇਗਾ ਠੀਕ ਹੈ, ਅਤੇ ਸਾਡਾ 30 ਬਾਕੀ ਆ ਜਾਵੇਗਾ। ਅਤੇ ਇਸ ਨੂੰ ਅਸੀਂ ਇਸ ਤਰ੍ਹਾਂ ਕਰਦੇ ਹਾਂ ਠੀਕ ਹੈ, ਅਤੇ ਇਸ ਨੂੰ ਇਸ 420 ਨੂੰ ਅਸੀਂ 130 'ਤੇ ਵੰਡਿਆ, 3 ਨਾਲ ਗੁਣਾ ਕਰਕੇ 30 ਬਾਕੀ ਆ ਗਿਆ। ਅਤੇ ਇਸ ਨੂੰ ਅਸੀਂ ਵਿਧੀ ਨੂੰ ਅੱਗੇ ਫਿਰ ਦੁਹਰਾਵਾਂਗੇ, ਜਿਹੜਾ 130 ਹੈ ਉਹ ਸਾਡਾ ਇੱਥੇ ਆ ਜਾਵੇਗਾ ਠੀਕ ਹੈ, ਜਿਹੜਾ 30 ਹੈ ਇੱਥੇ ਵੰਡਣ 'ਤੇ ਆ ਜਾਵੇਗਾ ਠੀਕ ਹੈ। ਜੋ ਅਸੀਂ ਇਸ ਨੂੰ ਦੁਬਾਰੇ ਕਰਾਂਗੇ 30 ਚੌਕਾ 120 + 10 ਬਾਕੀ ਆ ਗਿਆ। ਅਤੇ ਹੁਣ ਆਪਾਂ 30 ਨੂੰ ਵੰਡਾਂਗੇ 10 'ਤੇ, 10 × 3 = 30 + 0 ਅਤੇ ਹੁਣ ਸਾਡੇ ਕੋਲ ਇੱਥੇ 0 ਬਾਕੀ ਆ ਗਈ ਠੀਕ ਹੈ। ਇਸ ਤੋਂ ਬਾਅਦ ਜਿਹੜਾ ਸਾਡਾ ਸਵਾਲ ਹੈ ਉਹ ਖਤਮ ਹੋ ਜਾਂਦਾ ਹੈ। ਅਤੇ ਹੁਣ ਜਿਹੜੀ ਸਾਡੇ ਕੋਲ ਇਹ ਸੰਖਿਆ ਹੁੰਦੀ ਹੈ ਜਿਸ 'ਤੇ ਅਸੀਂ ਲਾਸਟ 'ਤੇ ਡਿਵਾਈਡ ਕਰਦੇ ਹਾਂ, ਸਾਡੇ ਕੋਲ ਲਾਸਟ ਭਾਜਕ ਹੈਗੇ 10, ਤਾਂ ਜਿਹੜਾ ਸਾਡਾ 10 ਹੈ ਉਹ ਹੈਗਾ ਸਾਡਾ ਮਮਾ ਸੱਸਾ ਬਾਵਾ। ਤਾਂ ਇੱਥੇ ਮਮਾ ਸੱਸਾ ਬਾਵਾ ਸਾਡਾ ਕੀ ਹੈ 10, ਕਿਉਂਕਿ ਸਾਡਾ ਇੱਥੇ ਲਾਸਟ ਭਾਜਕ ਸੀ ਜੋ ਉਹ 10 ਸੀ। ਅਤੇ ਹੁਣ ਆਪਾਂ ਇਸ ਲਈ ਹਰ ਇੱਕ ਪ੍ਰਕਾਰ ਦੀ ਬਰਫੀ ਦੇ ਲਈ ਮਠਿਆਈ ਵਿਕਰੇਤਾ 10 ਦੀਆਂ ਢੇਰੀਆਂ ਬਣਾ ਸਕਦਾ ਹੈ ਠੀਕ ਹੈ। ਇੱਥੇ ਵੀ ਜਿਹੜਾ ਵਿਕਰੇਤਾ ਲਿਖਿਆ ਜਾਵੇਗਾ, ਤੁਸੀਂ ਲਿਖਣ ਵੇਲੇ ਬਿਲਕੁਲ ਗਲਤੀ ਨਹੀਂ ਕਰਨੀ ਠੀਕ ਹੈ, ਉੱਪਰ ਵੀ ਵਿਕਰੇਤਾ ਦੇ ਸਪੈਲਿੰਗ ਨੇ। ਹੁਣ ਆਪਾਂ ਅਭਿਆਸ 1.1 ਦੇ ਜੋ ਸਵਾਲ ਨੇ ਉਹਨਾਂ ਨੂੰ ਸ਼ੁਰੂ ਕਰਦੇ ਹਾਂ। ਸਾਡੇ ਕੋਲ ਪਹਿਲਾ ਕੁਐਸਚਨ ਹੈਗਾ ਸਵਾਲ ਨੰਬਰ 1 ਦਾ ਪਹਿਲਾ ਭਾਗ ਠੀਕ ਹੈ। 1 ਦੇ ਵਿੱਚ ਜਿਹੜੇ 3 ਕੁਐਸਚਨ ਨੇ ਉਹਦਾ ਪਹਿਲਾ ਕੁਐਸਚਨ ਹੈਗੇ ਸਾਡੇ ਕੋਲ 135 ਅਤੇ 225 ਦਾ ਮਮਾ ਸੱਸਾ ਬਾਵਾ ਪਤਾ ਕਰਨਾ ਹੈ। ਅਸੀਂ ਵੱਡੀ ਸੰਖਿਆ ਜਿਹੜੀ ਸਾਡੇ ਕੋਲ ਵੱਡੀ ਸੰਖਿਆ ਕਿਹੜੀ ਹੈ 225 ਸਾਡੀ ਵੱਡੀ ਸੰਖਿਆ ਹੈ ਠੀਕ ਹੈ। ਇਹਨੂੰ 135 'ਤੇ ਡਿਵਾਈਡ ਕਰਾਂਗੇ, 135 'ਤੇ ਡਿਵਾਈਡ ਕਰਨ 'ਤੇ ਸਾਡੇ ਕੋਲ ਜਿੰਨੇ 'ਤੇ ਵੀ ਇਹ ਵੰਡਿਆ ਜਾਵੇਗਾ 135 × 135 135 × 270 270 ਜਿਹੜਾ ਵੱਡੀ ਸੰਖਿਆ ਬਣ ਗਈ, ਤਾਂ ਕਰਕੇ ਸਾਡੇ ਕੋਲ ਇੱਥੇ 1 'ਤੇ ਹੀ ਜਾਵੇਗਾ ਠੀਕ ਹੈ। ਇੱਥੇ ਆਪਾਂ 135 ਲਿਖਾਂਗੇ ਅਤੇ ਬਾਕੀ ਸਾਡੇ ਕੋਲ 90 ਆ ਜਾਵੇਗਾ ਠੀਕ ਹੈ। ਅਤੇ ਹੁਣ ਆਪਾਂ ਇਸ ਨੂੰ ਇਸ ਰੂਪ ਦੇ ਵਿੱਚ ਲਿਖ ਦਾਂਗੇ ਠੀਕ ਹੈ। 225 = 135 × 1 + 90 ਅਤੇ ਇਸ ਤੋਂ ਬਾਅਦ ਸਾਨੂੰ ਇਹ ਪ੍ਰਾਪਤ ਹੋ ਗਿਆ। ਹੁਣ ਆਪਾਂ ਦੁਬਾਰਾ ਫਿਰ ਇਹੀ ਪ੍ਰੋਸੈਸ ਜਿਹੜਾ ਰਿਪੀਟ ਕਰਦੇ ਰਹਾਂਗੇ ਅਤੇ ਇਸ ਵਾਰ 135 ਨੂੰ 90 'ਤੇ ਵੰਡਣਾ ਹੈ। 135 ਨੂੰ ਆਪਾਂ ਉਰੇ ਲਿਖ ਦੇਵਾਂਗੇ ਠੀਕ ਹੈ, ਅਤੇ ਬਰਾਬਰ ਪਾ ਕੇ ਇੱਥੇ ਆਪਾਂ 90 'ਤੇ ਡਿਵਾਈਡ ਕਰਾਂਗੇ, ਪਲੱਸ ਉਹਦੇ ਵਿੱਚ ਜੋ ਵੀ ਬਾਕੀ ਆਵੇਗਾ ਉਹ ਲਿਖਾਂਗੇ। ਅਤੇ ਇਹ ਪ੍ਰੋਸੈਸ ਆਪਣੇ ਰਿਪੀਟ ਦੁਬਾਰਾ ਫਿਰ ਕਰ ਲਿਆ। 135 = 90 × 1 90 × 90 + 45 ਜਿਹੜਾ ਬਾਕੀ ਆ ਗਿਆ ਠੀਕ ਹੈ।
ਹੁਣ ਆਪਾਂ ਇਹੀ ਪ੍ਰੋਸੈਸ ਜਿਹੜਾ ਅੱਗੇ ਉਹ ਤੱਕ ਰਿਪੀਟ ਕਰਦੇ ਰਹਾਂਗੇ ਜਿੰਨਾ ਤੱਕ 0 ਨਹੀਂ ਆਉਂਦੀ। ਤਾਂ ਆਪਾਂ ਲਿਖਾਂਗੇ ਇੱਥੇ 90 ਬਰਾਬਰ 45 ਗੁਣਾ 2, 45 ਗੁਣਾ 2 90 ਪਲੱਸ 0 ਬਾਕੀ। ਅਤੇ ਜਦੋਂ ਸਾਡੇ ਕੋਲ 0 ਬਾਕੀ ਆ ਗਿਆ, ਠੀਕ ਹੈ, ਅਤੇ ਸਾਡੇ ਕੋਲ 0 ਬਾਕੀ ਆ ਗਈ, ਤਾਂ ਜਿਹੜਾ ਸਾਡਾ ਲਾਸਟ ਜਿਸ ਅੱਖਰ 'ਤੇ ਅਸੀਂ ਡਿਵਾਈਡ ਕੀਤਾ, ਅਸੀਂ ਡਿਵਾਈਡ ਕੀਤਾ 45 'ਤੇ, ਠੀਕ ਹੈ, ਅਸੀਂ 45 'ਤੇ ਡਿਵਾਈਡ ਕੀਤਾ ਨਾ 90 ਨੂੰ, ਤਾਂ ਜਿਹੜਾ ਸਾਡਾ 45 ਹੈ ਇਹ ਸਾਡਾ ਮੱਮਾ ਸੱਸਾ ਬਾਵਾ ਹੋਵੇਗਾ। ਧਿਆਨ ਦਿਓ ਇੱਥੇ ਸਿਫਰ ਬਾਕੀ ਆ ਗਿਆ, ਅਸੀਂ ਅੱਗੇ ਕੁਝ ਨਹੀਂ ਕਰ ਸਕਦੇ। ਇੱਥੇ ਭਾਜਕ 45 ਹੀ 135 ਅਤੇ 225 ਦਾ ਮੱਮਾ ਸੱਸਾ ਬਾਵਾ ਹੈ। ਅਤੇ ਹੁਣ ਆਪਾਂ 1.1 ਦਾ ਜਿਹੜਾ ਪਹਿਲੇ ਸਵਾਲ ਦਾ ਉਹਦਾ ਦੂਜਾ ਭਾਗ ਕਰਦੇ ਹਾਂ। 196 ਅਤੇ 38,220 ਦਾ ਮੱਮਾ ਸੱਸਾ ਬਾਵਾ ਕਰਦੇ ਹਾਂ। ਤਾਂ ਆਪਾਂ ਇਹੀ ਪ੍ਰੋਸੈਸ ਜਿਹੜਾ ਦੁਬਾਰਾ ਫਿਰ ਸ਼ੁਰੂ ਕਰਾਂਗੇ। ਇਹਨਾਂ ਵਿੱਚੋਂ ਵੱਡੀ ਸੰਖਿਆ ਕਿਹੜੀ ਹੈ? 38,220, ਠੀਕ ਹੈ, ਅਤੇ 38,220 ਨੂੰ ਆਪਾਂ ਵੰਡ ਕਰਾਂਗੇ 196 'ਤੇ। ਜਦੋਂ ਆਪਾਂ 196 'ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਇਹ ਪ੍ਰੋਸੈਸ ਹੋਊਗਾ, ਠੀਕ ਹੈ। 196 ਦਾ ਪਹਾੜਾ ਜਦੋਂ ਆਪਾਂ 195 ਤੱਕ ਇਸ ਨੂੰ ਡਿਵਾਈਡ ਕਰਦੇ ਰਹਾਂਗੇ ਤਾਂ ਇਹ ਪੂਰਾ ਵੰਡਿਆ ਜਾਵੇਗਾ ਅਤੇ ਸਾਡੇ ਕੋਲ 0 ਬਾਕੀ ਆ ਜਾਵੇਗਾ। ਅਤੇ ਸਾਡੇ ਕੋਲ ਮੱਮਾ ਸੱਸਾ ਬਾਵਾ ਪਤਾ ਕਰਨ ਦਾ ਤਰੀਕਾ ਇਹੀ ਹੈ ਕਿ ਜਿਹੜੇ ਅੱਖਰ 'ਤੇ ਆਪਾਂ ਨੂੰ ਵੰਡ ਕੇ 0 ਬਾਕੀ ਆ ਜਾਵੇ ਉਹ ਸਾਡਾ ਮੱਮਾ ਸੱਸਾ ਬਾਵਾ ਹੁੰਦਾ ਹੈ। ਤਾਂ ਆਪਾਂ ਨੇ ਡਿਵਾਈਡ ਕਿਹੜੇ ਅੱਖਰ 'ਤੇ ਕਰਿਆ? 196 'ਤੇ। ਤਾਂ ਸਾਡਾ ਮੱਮਾ ਸੱਸਾ ਬਾਵਾ ਕੀ ਹੋਵੇਗਾ? 196। ਧਿਆਨ ਦਿਓ ਇੱਥੇ ਬਾਕੀ ਸਿਫਰ ਆ ਗਿਆ, ਅਸੀਂ ਅੱਗੇ ਕੁਝ ਨਹੀਂ ਕਰ ਸਕਦੇ। ਇੱਥੇ ਭਾਜਕ 196 ਹੀ 38,220 ਅਤੇ 196 ਦਾ ਮੱਮਾ ਸੱਸਾ ਬਾਵਾ ਹੈ, ਠੀਕ ਹੈ। ਹੁਣ ਆਪਾਂ ਕੁਐਸਚਨ ਨੰਬਰ 1.1 ਦੇ ਕੁਐਸਚਨ ਨੰਬਰ ਪਹਿਲੇ ਸਵਾਲ ਦੇ ਤੀਜੇ ਭਾਗ ਵੱਲ ਚੱਲਦੇ ਹਾਂ, ਠੀਕ ਹੈ। ਵਿੱਚੋਂ ਅੱਗੇ ਦੀ ਕੁਐਸਚਨ ਹੈ 867 ਅਤੇ 225 ਦਾ ਮੱਮਾ ਸੱਸਾ ਬਾਵਾ ਪਤਾ ਕਰੋ। ਹੁਣ ਸਾਡੇ ਕੋਲ ਵੱਡੀ ਸੰਖਿਆ ਕਿਹੜੀ ਹੈ? 867, ਠੀਕ ਹੈ, ਅਤੇ ਇਹਨੂੰ ਆਪਾਂ ਨੇ ਡਿਵਾਈਡ ਕਰਨਾ ਹੈ, ਠੀਕ ਹੈ, ਇਹ ਛਿੱਕ ਹੈ, ਅਤੇ ਇਹਨੂੰ ਆਪਾਂ ਨੇ ਡਿਵਾਈਡ ਕਰਨਾ ਹੈਗਾ 225 'ਤੇ। 225 'ਤੇ ਡਿਵਾਈਡ ਕਰਨਾ ਹੈਗੇ। ਜੋ ਆਪਾਂ 225 'ਤੇ ਡਿਵਾਈਡ ਕਰਾਂਗੇ 225 ਕਮ 225 ਦੂਣਾ 450, ਠੀਕ ਹੈ, ਅਤੇ 225 ਦੀ 675, ਠੀਕ ਹੈ, ਅਤੇ 225 ਚੌਕਾ 900 ਬਣ ਜੂਗਾ। ਤਾਂ ਆਪਾਂ ਤਿੰਨ 'ਤੇ ਆਪਾਂ ਲਿਖਾਂਗੇ ਇੱਥੇ, ਠੀਕ ਹੈ, 675, ਅਤੇ ਜਿਹੜਾ ਬਾਕੀ ਆ ਜਾਵੇਗਾ ਉਹਨੂੰ ਆਪਾਂ ਥੱਲੇ ਲਿਖਾਂਗੇ। ਅਤੇ ਇਸ ਪ੍ਰੋਸੈਸ ਨੂੰ ਆਪਾਂ ਦੇਖਦੇ ਹਾਂ, ਠੀਕ ਹੈ, ਅਤੇ ਅਸੀਂ 3 'ਤੇ ਇਹਨੂੰ ਜਿਹੜਾ ਗੁਣਾ ਕਰਤਾ ਸਾਡੇ ਕੋਲ 192 ਜਿਹੜਾ ਬਾਕੀ ਆ ਗਿਆ, ਠੀਕ ਹੈ। ਹੁਣ ਅਸੀਂ ਦੁਬਾਰਾ ਪ੍ਰੋਸੈਸ ਹੀ ਦੁਹਰਾਵਾਂਗੇ। 225 ਨੂੰ ਆਪਾਂ ਇੱਥੇ ਲਿਖ ਦਾਂਗੇ, ਠੀਕ ਹੈ, ਬਰਾਬਰ ਪਾ ਕੇ 192 'ਤੇ ਡਿਵਾਈਡ ਕਰਾਂਗੇ ਅਤੇ ਇੱਥੇ ਗੁਣਾ ਦੇ ਵਿੱਚ ਕੁਝ ਆ ਜਾਵੇਗਾ, ਠੀਕ ਹੈ, ਪਲੱਸ ਜੋ ਬਾਕੀ ਆਵੇਗਾ ਉਹ ਲਿਖਾਂਗੇ, ਠੀਕ ਹੈ। 225 ਬਰਾਬਰ 192 ਗੁਣਾ 1 ਪਲੱਸ 33, ਅਤੇ ਫਿਰ ਆਪਾਂ ਇਹੀ ਪ੍ਰੋਸੈਸ ਫਿਰ ਦੁਹਰਾਵਾਂਗੇ, ਠੀਕ ਹੈ। 192 ਬਰਾਬਰ 33 ਗੁਣਾ 5 ਪਲੱਸ 27, ਅਤੇ 33 ਬਰਾਬਰ 27 ਗੁਣਾ 1 ਪਲੱਸ 6। ਇਹ ਉਹ ਤੱਕ ਕਰਦੇ ਰਹਾਂਗੇ ਜਿੰਨਾ ਚਿਰ ਸਾਡੇ ਕੋਲ 0 ਬਾਕੀ ਨਹੀਂ ਆ ਜਾਂਦੀ। ਇੱਥੇ 3 ਬਾਕੀ ਆ ਗਿਆ, ਠੀਕ ਹੈ, ਆਪਾਂ 6 ਬਰਾਬਰ 3 ਗੁਣਾ 2 ਕਰ ਦਾਂਗੇ, ਠੀਕ ਹੈ, ਪਲੱਸ 0 ਕਰ ਦਾਂਗੇ। ਅਤੇ ਹੁਣ ਅਸੀਂ ਲਾਸਟ ਇੱਥੇ 3 'ਤੇ ਡਿਵਾਈਡ ਕੀਤੇ ਤਾਂ ਸਾਡਾ ਜਿਹੜਾ 3 ਹੈ ਉਹ ਮੱਮਾ ਸੱਸਾ ਬਾਵਾ ਆ ਜਾਵੇਗਾ, ਠੀਕ ਹੈ। ਧਿਆਨ ਦਿਓ ਇੱਥੇ ਸਿਫਰ ਬਾਕੀ ਆ ਗਿਆ, ਅਸੀਂ ਅੱਗੇ ਕੁਝ ਨਹੀਂ ਕਰ ਸਕਦੇ। ਇੱਥੇ ਭਾਜਕ 3 ਹੀ 867 ਅਤੇ 225 ਦਾ ਮੱਮਾ ਸੱਸਾ ਬਾਵਾ ਹੈ। ਇਸ ਤੋਂ ਬਾਅਦ ਆਪਾਂ ਕੁਐਸਚਨ ਨੰਬਰ 2 'ਤੇ ਚੱਲਦੇ ਹਾਂ। 1.1 ਦਾ ਜਿਹੜਾ ਪ੍ਰਸ਼ਨ ਨੰਬਰ ਹੈ ਉਹਦੇ ਕੁਐਸਚਨ ਨੰਬਰ 2 'ਤੇ ਚੱਲਦੇ ਹਾਂ। ਦਿਖਾਓ ਕਿ ਇੱਕ ਧਨਾਤਮਕ ਟੰਗ ਸੰਖਿਆ 6Q ਪਲੱਸ 1 ਜਾਂ 6Q ਪਲੱਸ 3 ਜਾਂ 6Q ਪਲੱਸ 5 ਦੇ ਰੂਪ ਦੀ ਹੁੰਦੀ ਹੈ, ਜਿੱਥੇ Q ਇੱਕ ਸੰਪੂਰਨ ਸੰਖਿਆ ਹੈ, ਠੀਕ ਹੈ। ਅਤੇ ਹੁਣ ਸਾਨੂੰ ਇਹਨਾਂ ਨੇ ਜਿਹੜੀ ਟਾਂਕ ਸੰਖਿਆ ਕਿਹਾ ਹੈ, ਮੰਨ ਲਓ ਕੋਈ ਵੀ ਟਾਂਕ ਸੰਖਿਆ ਮੰਨ ਲਓ, ਜਿਸ ਤਰ੍ਹਾਂ, ਠੀਕ ਹੈ, ਅਸੀਂ ਮੰਨ ਲਿਆ 15, ਠੀਕ ਹੈ, 17, 19, 21, ਅਤੇ ਇਹਨੂੰ ਆਪਾਂ ਹੁਣ 6Q ਦੇ ਰੂਪ ਦੇ ਵਿੱਚ ਲਿਖਣਾ ਹੈ। ਆਪਾਂ 6 ਦੇ ਪਹਾੜੇ 'ਤੇ ਵੰਡਾਂਗੇ, 6 ਕਮ 6 6 ਦੂਣੀ 12, ਠੀਕ ਹੈ, 6 ਦੂਣੀ 12 ਪਲੱਸ 3 15, ਅਤੇ ਇਹ ਬਣ ਗਿਆ 6Q ਪਲੱਸ 3 ਦਾ ਰੂਪ। ਇਸ ਤੋਂ ਬਾਅਦ 6 ਦੂਣੀ 12, ਠੀਕ ਹੈ, ਪਲੱਸ 5 17, ਅਤੇ ਇਹ ਤੋਂ ਬਾਅਦ ਆਪਾਂ ਲਿਖ ਸਕਦੇ ਹਾਂ 6 ਤੀਏ 18 ਪਲੱਸ 1 19, ਇਹ ਬਣ ਗਿਆ 6Q ਪਲੱਸ 1 ਦਾ ਰੂਪ। ਅਤੇ ਇਹ ਤੋਂ ਬਾਅਦ 6 ਤੀਏ 18 ਪਲੱਸ 3 21,
ਤਾਂ ਇਹ ਸਾਰੇ ਜਿਹੜੇ ਰੂਪ ਨੇ ਇਹ ਸਾਡੇ ਇਹੀ ਬਣਦੇ ਨੇ। ਠੀਕ ਹੈ, ਇਹਨੂੰ ਆਪਾਂ ਕਿਊ ਮੰਨ ਲਾਂਗੇ। ਠੀਕ ਹੈ, 6Q + 3, 6Q + 5, 6Q + 1, 6Q + 3। ਅਤੇ ਇਹਨੂੰ ਆਪਾਂ ਹੁਣ ਥਿਊਰੀ ਦੇ ਅਨੁਸਾਰ ਜਿਹੜਾ ਸਮਝਾਉਂਦੇ ਹਾਂ। ਆਓ ਇੱਕ ਧਨਾਤਮਕ ਟਾਂਕ ਸੰਖਿਆਵਾਂ ਸੰਪੂਰਨ ਸੰਖਿਆ ਇਹ ਨੂੰ ਲੈ ਕੇ ਸਵਾਲ ਨੂੰ ਹੱਲ ਕਰਨਾ ਸ਼ੁਰੂ ਕਰੀਏ। ਅਸੀਂ a ਅਤੇ v = 6 ਦੇ ਵੰਡ ਐਲਗੋਰਿਥਮ ਦਾ ਪ੍ਰਯੋਗ ਕਰਦੇ ਹਾਂ, ਕਿਉਂਕਿ ਜਿਹੜੀ ਉਹਦੀ ਸੰਖਿਆ ਹੈ 6 ਆਰ ਦੀ ਸੰਖਿਆ ਹੈ। ਠੀਕ ਹੈ, ਉਹ ਹੈਗੀ ਹੈ ਸਾਡੇ ਕੋਲ, ਇਹਦੇ ਵਿੱਚੋਂ ਮਿਸਟੇਕ ਹੈ। ਠੀਕ ਹੈ, ਇੱਥੇ ਲਿਖਣਾ ਹੈ 0 ਤੋਂ ਬਾਅਦ ਹੈਗਾ ਆਰ ਤੋਂ 6। ਠੀਕ ਹੈ, ਇੱਥੇ ਇਕੁਅਲ ਅਤੇ ਲੈਸ ਦੈਨ ਬਰਾਬਰ ਅਤੇ ਛੋਟੇ ਦਾ ਨਿਸ਼ਾਨ ਆਵੇਗਾ। ਠੀਕ ਹੈ, ਤੇ ਇਹ ਵਾਲਾ ਨਿਸ਼ਾਨ ਲਗਾਉਣਾ। ਇੱਥੇ ਬਾਈ ਮਿਸਟੇਕ ਜਿਹੜਾ ਇਸ ਨਿਸ਼ਾਨ ਨਹੀਂ ਲਗਾਇਆ ਗਿਆ। ਠੀਕ ਹੈ, ਇਸ ਲਈ ਸੰਭਾਵਿਤ ਬਾਕੀ 0, 1, 2, 3, 4 ਅਤੇ 5 ਹਨ। ਬਾਕੀ 6 ਸੰਖਿਆਵਾਂ 6Q, 6Q + 1, 6Q + 2, 6Q + 3 ਅਤੇ 6Q + 4 ਜਾਂ 6Q + 5 ਦਾ ਰੂਪ ਹੋ ਸਕਦਾ ਹੈ, ਜਿੱਥੇ Q ਇੱਕ ਭਾਗਫਲ ਹੈ। ਕਿਉਂਕਿ ਇਹ ਇੱਕ ਟਾਂਕ ਸੰਪੂਰਨ ਸੰਖਿਆ ਹੈ, ਇਸ ਲਈ 6Q, 6Q + 2, 6Q + 4, 6Q + 6 ਦੇ ਰੂਪ ਨਹੀਂ ਹੋ ਸਕਦਾ। ਇਸ ਲਈ 2 'ਤੇ ਵੰਡੇ ਜਾ ਸਕਦੇ ਹਨ, ਕਿਉਂਕਿ ਜਿਹੜੇ ਇਹ ਵਾਲੇ ਅੱਖਰ ਹੋਣਗੇ, ਠੀਕ ਹੈ, 6Q, 6Q + 2, ਇਹ 2 'ਤੇ ਵੰਡੇ ਜਾਣਗੇ ਅਤੇ ਉਹ ਜਿਸਤ ਸੰਖਿਆਵਾਂ ਹੋਣਗੇ। ਪਰ ਸਾਨੂੰ ਸਿਰਫ ਟਾਂਕ ਸੰਖਿਆ ਚਾਹੀਦੀ ਹੈ, ਇਸ ਲਈ ਆਪਾਂ ਜਿਹੜੀ ਟਾਂਕ ਸੰਖਿਆਵਾਂ ਹੋਣਗੀਆਂ 6Q + 1, 6Q + 3, 6Q + 5 ਇਸ ਦੇ ਰੂਪ ਹੀ ਉਹ ਕਰਨੇ ਹਨ। ਤਾਂ ਜਿਹੜਾ ਸਾਡਾ ਸਵਾਲ ਹੈ ਕੰਪਲੀਟ ਹੋ ਗਿਆ। ਇਸ ਤੋਂ ਬਾਅਦ ਆਪਾਂ ਕੁਐਸਚਨ ਨੰਬਰ 3 'ਤੇ ਚੱਲਦੇ ਹਾਂ। ਕਿਸੇ ਪਰੇਡ ਵਿੱਚ 616 ਆਦਮੀਆਂ ਦੀ ਇੱਕ ਸੈਨਾ ਆਰਮੀ ਦੀ ਟੁਕੜੀ ਨੇ 32 ਆਦਮੀਆਂ ਵਾਲੇ ਇੱਕ ਬੈਂਡ ਦੇ ਪਿੱਛੇ ਮਾਰਚ ਕਰਨਾ ਹੈ। ਠੀਕ ਹੈ, ਦੋਹਾਂ ਸਮੂਹਾਂ ਨੇ ਬਰਾਬਰ ਗਿਣਤੀ ਵਾਲੇ ਸਤੰਭਾਂ ਦੇ ਵਿੱਚ ਮਾਰਚ ਕਰਨਾ ਹੈ। ਇਹਨਾਂ ਸਤੰਭਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੈ ਜਿਸ ਵਿੱਚ ਇਹ ਮਾਰਚ ਕਰ ਸਕਦੇ ਹਨ? ਇਹ ਕੰਮ ਜਾਂਚ ਅਤੇ ਭੁੱਲ ਵਿਧੀ ਨਾਲ ਕੀਤਾ ਜਾ ਸਕਦਾ ਹੈ, ਪਰੰਤੂ ਇਸ ਨੂੰ ਲੜੀਬੱਧ ਰੂਪ ਵਿੱਚ ਕਰਨ ਦੇ ਲਈ ਅਸੀਂ HCF ਪਤਾ ਕਰਦੇ ਹਾਂ। ਜਿਹੜੀਆਂ ਸਾਡੇ ਕੋਲ ਦੋ ਸੰਖਿਆਵਾਂ ਆਤੀਆਂ ਨੇ 616 ਅਤੇ 32, ਅਸੀਂ ਦੋਨਾਂ ਦਾ ਜਿਹੜਾ HCF ਪਤਾ ਕਰਾਂਗੇ। ਦੋਵਾਂ ਦਾ HCF ਪਤਾ ਕਰਨ ਦੇ ਲਈ ਜਿਹੜੀ ਵੱਡੀ ਸੰਖਿਆ ਇਹਨਾਂ ਦੇ ਵਿੱਚੋਂ ਦੋਹਾਂ ਦੇ ਵਿੱਚੋਂ, ਠੀਕ ਹੈ, 616, ਇਹਨਾਂ ਦੇ ਵਿੱਚੋਂ ਜਿਹੜੀ ਵੱਡੀ ਸੰਖਿਆ 616 ਉਹਨੂੰ ਅਸੀਂ ਵਿੱਚ ਰੱਖਾਂਗੇ ਇਸ ਦੇ। ਠੀਕ ਹੈ, ਅਤੇ ਜਿਹੜੀ ਸਾਡੇ ਕੋਲ ਛੋਟੀ ਸੰਖਿਆ ਸੀ 32 ਉਸ 'ਤੇ ਅਸੀਂ ਡਿਵਾਈਡ ਕਰ ਦੇਵਾਂਗੇ। ਅਤੇ ਜਦੋਂ ਅਸੀਂ ਇਹਨਾਂ ਦਾ ਮੱਸਾ ਪਤਾ ਕਰਨ ਵੇਲੇ ਇਸ ਤਰ੍ਹਾਂ ਕਰਾਂਗੇ। ਠੀਕ ਹੈ, ਜਦੋਂ ਅਸੀਂ 32 'ਤੇ ਡਿਵਾਈਡ ਕਰਾਂਗੇ ਤਾਂ 19 ਤੱਕ ਜਾਵੇਗਾ ਉਹ, ਅਤੇ 8 ਸਾਡੇ ਕੋਲ ਬਾਕੀ ਆ ਜਾਵੇਗਾ। ਅਤੇ ਇਸ ਪ੍ਰੋਸੈਸ ਨੂੰ ਉਦੋਂ ਤੱਕ ਰਿਪੀਟ ਕਰਦੇ ਰਹਾਂਗੇ। ਠੀਕ ਹੈ, ਜਦੋਂ ਤੱਕ ਸਾਡੇ ਕੋਲ ਇਸ ਦੇ ਆਨਸਰ ਜਿਹੜੇ ਮਿਲਦੇ ਨਹੀਂ ਹੈਗੇ। ਅਤੇ ਹੁਣ ਆਪਾਂ ਜਿਹੜਾ 32 ਹੈ ਉਸ ਨੂੰ ਇੱਥੇ ਲਿਖਾਂਗੇ। ਠੀਕ ਹੈ, 32 = 8 × 4 + 0। ਠੀਕ ਹੈ, ਤਾਂ ਇੱਥੇ ਨੋਟ ਕਰਨ ਵਾਲੀ ਗੱਲ ਹੈਗੀ ਹੈ ਕਿ ਸਾਡੇ ਕੋਲ ਇੱਥੇ 0 ਬਾਕੀ ਆ ਗਿਆ। ਠੀਕ ਹੈ, 0 ਆ ਗਿਆ ਤਾਂ ਅਸੀਂ ਲਾਸਟ ਕਿਸ ਅੱਖਰ 'ਤੇ ਡਿਵਾਈਡ ਕੀਤਾ ਹੈ? ਅਸੀਂ ਲਾਸਟ ਡਿਵਾਈਡ ਕੀਤਾ ਹੈਗਾ 8 'ਤੇ, ਤਾਂ ਜਿਹੜਾ 8 ਸਾਡਾ ਮੱਮਾ ਸੱਸਾ ਬਾਵਾ ਆ ਜਾਵੇਗਾ। ਇਸ ਲਈ ਜਿਹੜਾ ਇਹਦਾ ਮੱਮਾ ਸੱਸਾ ਬਾਵਾ 8 ਹੈ। ਇਹਨਾਂ ਸਤੰਭਾਂ ਦੀ ਵੱਧ ਤੋਂ ਵੱਧ ਗਿਣਤੀ 8 ਹੈ ਜਿਸ ਵਿੱਚ ਇਹ ਮਾਰਚ ਕਰ ਸਕਦੇ ਹਨ। ਹੁਣ ਆਪਾਂ ਕੁਐਸਚਨ ਨੰਬਰ 4 'ਤੇ ਚੱਲਦੇ ਹਾਂ। ਯੂਕਲਿਡ ਵੰਡ ਪ੍ਰੇਮਿਕਾ ਦਾ ਪ੍ਰਯੋਗ ਕਰਕੇ ਦਿਖਾਓ ਕਿ ਕਿਸੇ ਧਨਾਤਮਕ ਸੰਪੂਰਨ ਸੰਖਿਆਵਾਂ ਦਾ ਵਰਗ ਕਿਸੇ ਸੰਪੂਰਨ ਸੰਖਿਆ ਦੇ ਲਈ 3m ਜਾਂ 3m+1 ਦੇ ਰੂਪ ਵਿੱਚ ਹੁੰਦਾ ਹੈ। ਠੀਕ ਹੈ, ਇੱਥੇ ਇੱਕ ਹੋਰ ਛੋਟੀ ਜਿਹੀ ਮਿਸਟੇਕ ਹੈ, ਇਹਦੇ ਵਿੱਚ ਥੋੜ੍ਹੀਆਂ ਮਿਸਟੇਕਾਂ ਨੇ, ਉਹ ਤੁਹਾਨੂੰ ਅਸੀਂ ਨਾਲ ਨਾਲ ਦੱਸ ਰਹੇ ਹਾਂ। ਠੀਕ ਹੈ, ਕਿ ਇੱਥੇ ਨਾ 3m+1 ਲਿਖਿਆ ਜਾਏਗਾ, 3m+1। ਠੀਕ ਹੈ, ਇਸ ਜਗ੍ਹਾ ਦੇ ਉੱਤੇ। ਅਤੇ ਇਸ ਤੋਂ ਬਾਅਦ ਆਪਾਂ ਜਿਹੜਾ ਕੁਐਸਚਨ ਇਹਦਾ ਸ਼ੁਰੂ ਕਰਦੇ ਹਾਂ। ਮੰਨ ਲਓ ਕੋਈ ਧਨਾਤਮਕ ਸੰਪੂਰਨ ਸੰਖਿਆ x ਹੈ। ਠੀਕ ਹੈ, ਹੁਣ 3Q + 1 ਜਾਂ 3Q ਦੇ ਰੂਪ ਵਿੱਚ ਲਿਖੀ ਜਾ ਸਕਦੀ ਹੈ। ਕੋਈ ਵੀ ਸੰਖਿਆ ਜਿਹੜੀ ਧਨਾਤਮਕ ਸੰਖਿਆ ਹੈ ਉਹਨੂੰ ਅਸੀਂ 3 ਦੀ ਗੁਣਾ ਦੇ ਵਿੱਚ ਲਿਖਣਾ ਹੈ, ਤਾਂ ਉਹਦਾ ਕੋਈ ਵੀ ਰੂਪ ਇਹ ਹੋ ਸਕਦਾ ਹੈ। ਠੀਕ ਹੈ, ਮੰਨ ਲਓ ਸਾਡੇ ਕੋਲ 3 ਸੰਖਿਆਵਾਂ ਹੈਗੀਆਂ ਨੇ 15, ਠੀਕ ਹੈ, 16,
17 ਜਾਂ ਤਾਂ 18 ਅਤੇ ਇਹਨੂੰ ਆਪਾਂ 3 ਦੀ ਗੁਣਾ ਦੇ ਵਿੱਚ ਲਿਖਣਾ ਹੈ। ਤਾਂ ਇਹ ਬਣ ਜੂਗਾ 3 ਗੁਣਾ 5 3 ਗੁਣਾ 5 ਪਲੱਸ 1 ਠੀਕ ਹੈ। ਇਹ ਬਣ ਜੂਗਾ 3 ਗੁਣਾ 5 ਪਲੱਸ 2 ਤਾਂ ਇਹ 17 ਬਣ ਜਾਵੇਗਾ। 5 ਤੀਏ ਤਾਂ ਇਹ ਸਾਡੇ ਕੋਲ ਇੱਥੇ ਦੁਬਾਰਾ ਦੱਸਦੇ ਹਾਂ 5 ਤੀਏ 15 ਠੀਕ ਹੈ ਪਲੱਸ 0 ਬਾਕੀ 3 ਗੁਣਾ 5 15 ਪਲੱਸ 1 16 ਬਣ ਜਾਵੇਗਾ ਠੀਕ ਹੈ। 5 ਤੀਏ 15 ਪਲੱਸ 2 17 ਅਤੇ ਜਿਹੜੀ ਸਾਡੀ ਲਾਸਟ ਸੰਖਿਆ ਇਹ ਰਿਪੀਟ ਹੋਵੇਗੀ 3 ਗੁਣਾ 5 15 ਪਲੱਸ 3 18 ਅਤੇ ਪਰ ਸਾਨੂੰ ਇਸ ਤਰ੍ਹਾਂ ਲਿਖਣ ਦੀ ਲੋੜ ਨਹੀਂ ਹੈਗੀ। ਇਸ ਨੂੰ ਆਪਾਂ ਸਿੱਧੇ ਲਿਖ ਦੇਵਾਂਗੇ 6 ਤੀਏ 18 ਪਲੱਸ 0 ਠੀਕ ਹੈ। ਤਾਂ ਇਹ ਤੁਸੀਂ ਦੇਖ ਰਹੇ ਹੋਵੋਗੇ ਕਿ ਜਿਹੜਾ ਪ੍ਰੋਸੈਸ ਹੈ ਇਹ ਦੁਬਾਰਾ ਰਿਪੀਟ ਹੋ ਗਿਆ। ਇਹ ਵਾਲੀ ਸੰਖਿਆ ਜਿਹੜੀ ਇਹ ਵਾਲੀ ਦੇ ਨਾਲ ਮੈਚ ਕਰ ਗਈ ਤਾਂ ਇਹ ਇਸ ਤਰ੍ਹਾਂ ਅੱਗੇ ਅੱਗੇ ਚੱਲੀ ਜਾਵੇਗਾ। ਅਸੀਂ ਸਿਰਫ 3 ਰੂਪਾਂ ਦੇ ਵਿੱਚ ਇਹਨਾਂ ਨੂੰ ਦੇਖ ਸਕਦੇ ਹਾਂ ਠੀਕ ਹੈ 3 ਪਲੱਸ 1 ਜਾਂ 3 ਪਲੱਸ 2। ਅਤੇ ਹੁਣ ਆਪਾਂ ਇਸ ਸਵਾਲ ਨੂੰ ਜਿਹੜਾ ਥਿਊਰੀ ਦੇ ਅਨੁਸਾਰ ਸਮਝਾਉਂਦੇ ਹਾਂ। x ਬਰਾਬਰ 3 ਪਲੱਸ r ਜਿਹੜੀ r ਦੀ ਵੈਲਿਊ ਹੈ ਉਹ ਜ਼ਿਆਦਾ 0 ਹੋ ਸਕਦੀ ਹੈ 1 ਹੋ ਸਕਦੀ ਹੈ 2 ਹੋ ਸਕਦੀ ਹੈ ਅਤੇ 3 ਤੋਂ ਛੋਟੀ ਰਹੇਗੀ। ਇਸ ਦਾ ਮਤਲਬ ਇਹ ਹੁੰਦਾ ਹੈ ਠੀਕ ਹੈ r ਦੀ ਵੈਲਿਊ ਸਾਡੇ ਕੋਲ ਹੈਗੀ ਹੈ 0 1 2। r ਦਾ ਮਤਲਬ ਇੱਥੇ ਬਾਕੀ ਹੈ। ਇਹਨਾਂ ਵਿੱਚੋਂ ਹਰ ਇੱਕ ਦਾ ਵਰਗ ਕਰਕੇ ਦਿਖਾਵਾਂਗੇ ਕਿ ਇਹਨਾਂ ਵਰਗਾਂ ਨੂੰ 3m ਜਾਂ 3m ਪਲੱਸ 1 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਤਾਂ ਸਾਡੇ ਕੋਲ ਜਿਹੜੇ 3 ਕੇਸ ਬਣ ਗਏ ਅਤੇ ਪਹਿਲਾ ਕੇਸ ਸਾਡੇ ਕੋਲ ਹੈਗੀ ਹੈ ਉਹਦੀ ਵੈਲਿਊ ਹੈਗੀ 3q ਅਤੇ ਨੰਬਰ 2 ਹੈਗਾ 3q ਪਲੱਸ 1 ਜਾਂ ਫਿਰ ਨੰਬਰ 3 ਹੈਗਾ 3q ਪਲੱਸ 2। ਸਭ ਤੋਂ ਪਹਿਲਾਂ ਆਪਾਂ ਇਸ ਟੌਪਿਕ 'ਤੇ ਗੱਲ ਕਰਾਂਗੇ, ਇਹ ਵੀ ਕਰਾਂਗੇ ਠੀਕ ਹੈ, ਇਹ ਵੀ ਤੁਹਾਨੂੰ ਦੱਸਾਂਗੇ। ਸਾਡਾ ਜਿਹੜਾ ਕੇਸ 1 ਹੈਗਾ 3q ਇਹਦਾ ਆਪਾਂ ਵਰਗ ਕਰਾਂਗੇ ਠੀਕ ਹੈ। ਜਦੋਂ ਵਰਗ ਕਰਾਂਗੇ ਤਾਂ ਇਹਦਾ ਵਰਗ ਕਰਨ 'ਤੇ ਸਾਡੇ ਕੋਲ ਆ ਜਾਊਗਾ 9q ਦਾ ਸਕੁਅਰ ਅਤੇ ਇਹਨੂੰ ਆਪਾਂ 3 ਦੀ ਗੁਣਾ ਦੇ ਵਿੱਚ ਲਿਖਣਾ ਹੈ। ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ 3 ਗੁਣਾ 3q ਸਕੁਅਰ। ਤਾਂ ਵਾਪਸ ਇਹੀ ਚੀਜ਼ ਬਣਨੀ ਚਾਹੀਦੀ ਹੈ ਠੀਕ ਹੈ। ਜਦੋਂ ਇਹ ਬਣ ਗਿਆ ਤਾਂ ਸਾਡੇ ਕੋਲ m ਦੀ ਵੈਲਿਊ ਕਿੰਨੀ ਆ ਗਈ 3m ਠੀਕ ਹੈ। m ਦੀ ਵੈਲਿਊ ਸਾਡੇ ਕੋਲ ਆ ਗਈ ਜਿਹੜਾ ਇਸ ਦੇ ਗੁਣਾ ਦੇ ਵਿੱਚ ਆਏ ਹੈ 3q ਸਕੁਅਰ ਠੀਕ ਹੈ। ਇਸ ਤੋਂ ਬਾਅਦ ਆਪਾਂ ਕੇਸ 2 ਦੀ ਗੱਲ ਕਰਦੇ ਹਾਂ ਅਤੇ ਇੱਥੇ ਸਾਡੇ ਕੋਲ ਜਿਹੜੀ ਸਾਡੀ ਵੈਲਿਊ ਹੈ x ਦੀ ਉਹ ਹੈਗੀ ਹੈ 3q ਪਲੱਸ 1। ਹੁਣ ਆਪਾਂ ਇਸ ਦਾ ਸਾਰੇ ਦਾ ਸਕੁਅਰ ਕਰ ਦਾਂਗੇ। ਜਦੋਂ ਆਪਾਂ ਇਸ ਦਾ ਵਰਗ ਕਰ ਦਾਂਗੇ ਠੀਕ ਹੈ, ਇਸ ਦਾ ਸਕੁਅਰ ਆਪਾਂ ਉਹੀ ਫਾਰਮੂਲਾ ਲਗਾਵਾਂਗੇ a ਪਲੱਸ b ਦਾ ਸਕੁਅਰ ਵਾਲਾ ਠੀਕ ਹੈ। ਇਹਦਾ ਫਾਰਮੂਲਾ ਕੀ ਹੁੰਦਾ ਹੈ a ਦਾ ਸਕੁਅਰ ਪਲੱਸ b ਦਾ ਸਕੁਅਰ a ਦਾ ਸਕੁਅਰ ਪਲੱਸ b ਦਾ ਸਕੁਅਰ ਪਲੱਸ 2ab a ਦਾ ਸਕੁਅਰ ਪਲੱਸ b ਦਾ ਸਕੁਅਰ ਪਲੱਸ 2ab ਠੀਕ ਹੈ। ਜਦੋਂ ਆਪਾਂ ਇਹ ਫਾਰਮੂਲਾ ਲਾਤਾ ਤਾਂ ਸਾਡੀ ਜਿਹੜੀ ਇਸ ਸੰਖਿਆ ਹੈ ਇਸ ਨੂੰ ਆਪਾਂ 3 ਦੀ ਗੁਣਾ ਦੇ ਵਿੱਚ ਲਿਖ ਦਾਂਗੇ ਅਤੇ ਸਾਡੇ ਕੋਲ ਇਹਨਾਂ ਦੋਵਾਂ ਦੇ ਵਿੱਚੋਂ 3 ਸਾਂਝਾ ਆ ਜਾਵੇਗਾ। ਇਹਨਾਂ ਦੇ ਵਿੱਚੋਂ 3 ਸਾਂਝਾ ਆ ਗਿਆ ਅਤੇ ਸਾਡੇ ਕੋਲ ਜਿਹੜਾ 1 ਹੈ ਉਹ ਇਸੇ ਤਰ੍ਹਾਂ ਬਾਕੀ ਬਚ ਜਾਵੇਗਾ ਠੀਕ ਹੈ। ਤਾਂ ਸਾਡੇ ਕੋਲ ਕਿਹੜਾ ਰੂਪ ਬਣ ਗਿਆ 3m ਪਲੱਸ 1 ਦਾ ਠੀਕ ਹੈ। ਅਤੇ ਸਾਡੇ ਕੋਲ m ਦੀ ਵੈਲਿਊ ਕੀ ਹੈ m ਦੀ ਵੈਲਿਊ ਇਹ ਸਾਰਾ m ਦੀ ਵੈਲਿਊ ਹੈ ਜਿਹੜੀ ਇਹ ਵਾਲੀ ਹੈ ਇਹ m ਦੀ ਵੈਲਿਊ ਹੈ ਠੀਕ ਹੈ। ਤਾਂ ਇਹ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਠੀਕ ਹੈ। ਇਹਨਾਂ ਦੇ ਵਿੱਚ ਰੱਟਾ ਲਾਉਣ ਵਾਲੀ ਕੋਈ ਗੱਲ ਨਹੀਂ, ਇਹ ਸਿਰਫ ਸਿੱਖਣ ਵਾਲੇ ਨੇ। ਅਤੇ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਕੇਸ ਨੰਬਰ 3 'ਤੇ। ਅਤੇ ਸਾਡਾ ਜਿਹੜਾ ਅਗਲਾ ਕੁਐਸਚਨ ਹੈਗੇ x ਬਰਾਬਰ 3q ਪਲੱਸ 2। ਇਹਦਾ ਆਪਾਂ ਵਰਗ ਕਰਾਂਗੇ ਅਤੇ ਜਦੋਂ ਆਪਾਂ ਵਰਗ ਕਰਾਂਗੇ ਇੱਥੇ ਵੀ ਆਪਾਂ ਉਹੀ ਫਾਰਮੂਲਾ ਲਾਉਣਾ ਹੈ a ਦਾ ਸਕੁਅਰ ਪਲੱਸ b ਦਾ ਸਕੁਅਰ ਪਲੱਸ 2ab ਠੀਕ ਹੈ। ਅਤੇ ਇਹਦੇ ਵਿੱਚ ਸਾਡਾ ਜਿਹੜਾ ਇਹਨੂੰ ਆਪਾਂ ਵਰਗ ਕਰਾਂਗੇ 3q ਦਾ ਸਕੁਅਰ ਬਣ ਜੂਗਾ 9q ਦਾ ਸਕੁਅਰ 2 ਦਾ ਸਕੁਅਰ ਬਣ ਜੂਗਾ 4 ਠੀਕ ਹੈ। ਅਤੇ ਜਦੋਂ ਆਪਾਂ 2ab ਕਰਾਂਗੇ ਤਾਂ 2 ਗੁਣਾ 3q ਪਲੱਸ ਗੁਣਾ 2 ਠੀਕ ਹੈ, ਸਾਡੇ ਕੋਲ 12q ਬਣ ਜਾਵੇਗਾ। ਇਹਨੂੰ ਸਾਰਿਆਂ ਨੂੰ ਆਪਾਂ 3 ਦੀ ਗੁਣਾ ਦੇ ਰੂਪ ਵਿੱਚ ਲਿਖਣਾ ਹੈ। ਇਹ ਸਾਰੇ ਇਸ ਤਰ੍ਹਾਂ ਲਿਖੇ ਗਏ ਠੀਕ ਹੈ। ਜਿਹੜਾ ਆਪਾਂ 4 ਸੀ ਉਸ ਨੂੰ 3 ਪਲੱਸ 1 ਦੇ ਰੂਪ ਵਿੱਚ ਲਿਖ ਦਾਂਗੇ ਕਿਉਂਕਿ ਆਪਾਂ ਇਹਦੇ ਵਿੱਚੋਂ 3 ਸਾਂਝਾ ਕੱਢ ਕੇ ਉਹਦੀ ਗੁਣਾ ਦੇ ਰੂਪ ਵਿੱਚ ਲਿਖ ਦਾਂਗੇ ਠੀਕ ਹੈ। ਤਾਂ ਇਹ ਸਾਰਾ ਇਸ ਤਰ੍ਹਾਂ ਲਿਖਿਆ ਗਿਆ। ਇਹਦੇ ਵਿੱਚੋਂ ਆਪਾਂ ਨੇ 3 ਕਾਮਨ ਕੱਢ ਲਿਆ। ਜਦੋਂ ਆਪਾਂ ਗੁਣਾ ਕਰ ਦਾਂਗੇ ਇਹ ਸਾਰੀ ਚੀਜ਼ ਬਣ ਜਾਵੇਗੀ। ਜਦੋਂ ਆਪਾਂ ਇਸ ਸੰਖਿਆ ਦੀ 3 ਦੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਇਹ ਵਾਲੀ ਸੰਖਿਆ ਬਣਨੀ ਚਾਹੀਦੀ ਹੈ ਠੀਕ ਹੈ। 1 ਹੈ ਜਿਹੜਾ ਸਾਡਾ ਉਹ ਬਾਕੀ ਰਹਿ ਗਿਆ ਅਤੇ ਇਸ ਸਾਰੇ ਨੂੰ ਆਪਾਂ m ਆਖਾਂਗੇ ਠੀਕ ਹੈ। m ਜਿਹੜੀ m ਦੀ ਵੈਲਿਊ ਹੈਗੀ ਹੈ ਇਹ ਵਾਲੀ ਹੈ। m ਦੀ ਵੈਲਿਊ ਸਾਡੇ ਕੋਲ ਇਹ ਵਾਲੀ ਹੈ ਠੀਕ ਹੈ। ਤਾਂ ਇਹਨੂੰ ਆਪਾਂ 3m ਪਲੱਸ 1 ਦੇ ਰੂਪ ਵਿੱਚ ਲਿਖਤਾ। ਤਾਂ ਇਸ ਤਰ੍ਹਾਂ ਜਿਹੜਾ ਸਾਡਾ ਕੁਐਸਚਨ ਸੀ ਉਹ ਅਸੀਂ ਸਾਬਤ ਕਰਤਾ। ਸਾਡਾ ਜਿਹੜਾ ਕੁਐਸਚਨ ਹੈਗਾ ਸੀ ਕਿ ਅਸੀਂ ਕਿਸੇ ਵੀ ਜਿਹੜੀ ਸੰਖਿਆ ਧਨਾਤਮਕ ਸੰਖਿਆ ਉਹਦੇ ਵਰਗ ਨੂੰ ਆਪਾਂ ਇਸ ਰੂਪ ਦੇ ਵਿੱਚ ਹੀ ਲਿਖ ਸਕਦੇ ਹਾਂ ਜਾਂ 3m ਠੀਕ ਹੈ ਜਾਂ 3m ਪਲੱਸ 1 ਦੇ ਵਿੱਚ। ਆਪਾਂ ਜਿਹੜੇ 3 ਕੇਸ ਸੋਲਵ ਕਰੇ ਨੇ ਇਹਨਾਂ ਦੇ ਵਿੱਚ ਆਪਾਂ ਨੇ ਇਹਨਾਂ ਨੂੰ 3 ਰੂਪਾਂ ਦੇ ਵਿੱਚ ਹੀ ਲਿਖੇ ਹੈ
ठीक है। पहले केस दे विच आपां ने 3m ਦੇ रूप ਵਿੱਚ लिखिया सी, ठीक है। 2 ਤੇ 3 ਦੇ ਵਿੱਚ 2 ਤੇ केस 3 केस नंबर 2 ਅਤੇ केस 3 ਦੇ ਵਿੱਚ ਆਪਾਂ ਨੇ 3m + 1 ਦੇ रूप ਵਿੱਚ लिखे, ठीक है। ਤਾਂ ਇਸ ਤਰ੍ਹਾਂ ਆਪਾਂ ਜਿਹੜੇ ਆਪਣਾ ਅਗਲਾ ਕੁਐਸਚਨ ਆਉਂਦਾ ਹੈ ਕੁਐਸਚਨ ਨੰਬਰ 5 ਉਸ ਵੱਲ ਚੱਲਦੇ ਹਾਂ। ਯੂਕਲਿਡ ਵੰਡ ਪ੍ਰੇਮਿਕਾ ਦਾ ਪ੍ਰਯੋਗ ਕਰਕੇ ਦਿਖਾਓ ਕਿ ਕਿਸੇ ਧਨਾਤਮਕ ਸੰਪੂਰਨ ਸੰਖਿਆ ਦਾ ਘਣ 9m 9m + 1 ਜਾਂ 9m + 8 ਦੇ ਰੂਪ ਵਿੱਚ ਹੁੰਦਾ ਹੈ, ਠੀਕ ਹੈ। ਇੱਥੇ ਲਿਖਣਾ ਆਪਾਂ ਨੇ 9m + 1 ਅਤੇ ਇਹ ਜਗ੍ਹਾ 'ਤੇ ਲਿਖਣਾ ਹੈਗੇ 9m + 8, ਠੀਕ ਹੈ। ਅਤੇ ਮੰਨ ਲਓ ਐਕਸ ਕੋਈ ਧਨਾਤਮਕ ਸੰਪੂਰਨ ਸੰਖਿਆ ਹੈ। ਹੁਣ ਇਹ 3q + 1 ਜਾਂ 3q + 2 ਦੇ ਰੂਪ ਵਿੱਚ ਲਿਖੀ ਜਾ ਸਕਦੀ ਹੈ। ਇਹ ਵਾਲੀ ਉਦਾਹਰਨ ਅਸੀਂ ਤੁਹਾਨੂੰ ਪਿਛਲੇ ਸਵਾਲ ਦੇ ਵਿੱਚ ਚੰਗੀ ਤਰ੍ਹਾਂ ਸਮਝਾ ਚੁੱਕੇ ਹਾਂ, ਠੀਕ ਹੈ। ਜਿਵੇਂ ਕੋਈ 15, ਠੀਕ ਹੈ, 16, 17 ਜਾਂ ਫਿਰ 18 ਸੰਖਿਆ ਹੈ, ਉਹਨੂੰ ਆਪਾਂ ਇਹਨਾਂ 3 ਰੂਪਾਂ ਦੇ ਵਿੱਚ ਹੀ ਲਿਖ ਸਕਦੇ ਹਾਂ। 3 × 5 3 × 5 + 1 3 × 5 + 2, ਠੀਕ ਹੈ, ਜਾਂ ਫਿਰ 3 × 6। ਤਾਂ ਇਹ 3 ਰੂਪ ਜਿਹੜੇ ਇਹੀ ਬਣ ਜਾਣਗੇ ਸਾਡੇ ਕੋਲ 3q + 1 ਜਾਂ 3q + 2 ਦਾ। ਇਸ ਤੋਂ ਬਾਅਦ ਅਤੇ ਜਿਹੜੀ ਸਾਡੀ x = 3q + r ਹੈ, ਠੀਕ ਹੈ। r ਦੀ ਵੈਲਿਊ ਹੈਗੀ ਹੈ 1 2 ਜਾਂ ਫਿਰ 3 0 1 2 3 ਨਹੀਂ ਹੈਗੀ, ਠੀਕ ਹੈ, 0 1 2। ਅਤੇ ਇਹਨਾਂ ਵਿੱਚੋਂ ਹਰ ਇੱਕ ਦਾ ਘਣ ਕਰਕੇ ਦਿਖਾਵਾਂਗੇ ਕਿ ਇਹਨਾਂ ਦੇ ਘਣ 9m ਜਾਂ ਫਿਰ 9m + 1 ਜਾਂ ਫਿਰ 9m + 8 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਹੁਣ ਤੁਸੀਂ ਇਹ ਕਹੋਗੇ ਕਿ ਅਸੀਂ ਇਹ ਸੰਖਿਆਵਾਂ ਕਿਉਂ ਲਈਆਂ ਨੇ, ਕਿਉਂਕਿ ਇੱਥੇ ਸਾਡੇ ਕੋਲ 9 ਹੈ। ਤਾਂ ਅਸੀਂ ਕਿਉਂਕਿ ਜਿਹੜਾ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ 3m ਆ ਰਿਹਾ, 9 ਦੇ ਵਿੱਚ ਵੀ 3 ਆ ਰਿਹਾ, ਠੀਕ ਹੈ। ਇੱਥੇ 9m + 1 ਦੇ ਵਿੱਚ ਵੀ 3 ਆ ਰਿਹਾ, ਠੀਕ ਹੈ। 9m + 8 ਦੇ ਵਿੱਚ ਵੀ 3 ਆ ਰਿਹਾ। ਇਸ ਕਰਕੇ ਇਹ ਸੰਖਿਆਵਾਂ ਦਾ ਅਸੀਂ ਘਣ ਕਰਾਂਗੇ, ਠੀਕ ਹੈ। ਸਾਡੇ ਕੋਲ ਇੱਥੇ ਵੀ 3 ਕੇਸ ਬਣਦੇ ਨੇ। ਕੇਸ ਨੰਬਰ 1 ਹੈਗਾ ਸਾਡੇ ਕੋਲ ਇਹ ਵਾਲਾ ਉੱਪਰਲਾ, ਠੀਕ ਹੈ। ਕੇਸ ਨੰਬਰ 2 ਹੈਗਾ ਇਹ ਵਾਲਾ, ਅਤੇ ਕੇਸ ਨੰਬਰ 3 ਇਹ ਵਾਲਾ ਹੈ, ਠੀਕ ਹੈ। ਇਹਦੇ ਵਿੱਚ +1 ਹੈ ਜਿਹੜਾ ਉਹ ਨੀਚੇ ਜਾ ਰਿਹਾ, ਇਹ ਵਾਲਾ +2। ਅਤੇ ਸਭ ਤੋਂ ਪਹਿਲਾਂ ਆਪਾਂ ਕੇਸ ਨੰਬਰ 1 ਸੋਲਵ ਕਰਦੇ ਹਾਂ। ਇਹਦਾ ਆਪਾਂ ਘਣ ਕਰ ਦਾਂਗੇ, ਠੀਕ ਹੈ। ਜਦੋਂ ਆਪਾਂ ਇਸ ਸੰਖਿਆ ਦਾ ਘਣ ਕਰਾਂਗੇ ਅਤੇ ਇਹਦਾ ਆਪਾਂ 3 ਵਾਰੀ ਗੁਣਾ ਕਰਨੀ ਹੁੰਦੀ ਹੈ, ਠੀਕ ਹੈ। ਅਤੇ ਇੱਥੇ ਸਾਡੇ ਕੋਲ ਆਵੇਗਾ 27 27q ਦੀ ਕਿਊਬ। ਸਾਡੇ ਕੋਲ ਆਵੇਗਾ 9, ਠੀਕ ਹੈ। 9 × 27 ਇਹ 12 ਆ ਜਾਵੇਗਾ, ਠੀਕ ਹੈ। 3m ਬਰਾਬਰ ਇੱਥੇ ਸਾਡੇ ਕੋਲ 9 ਫਿਰ ਆ ਜਾਵੇਗਾ, ਠੀਕ ਹੈ। ਅਤੇ ਇਹਨੂੰ ਆਪਾਂ ਇਸ ਤਰ੍ਹਾਂ ਲਿਖਣਾ ਹੈ, ਜਿਹੜੀ ਇਹ ਜਗ੍ਹਾ 'ਤੇ ਤੁਸੀਂ ਜਿਹੜੀ ਮਿਸਟੇਕ ਹੈ ਉਹ ਸੈੱਟ ਕਰ ਲੈਣੀ ਹੈਗੀ ਹੈ, ਠੀਕ ਹੈ। ਇੱਥੇ ਸਾਡੇ ਕੋਲ ਆਵੇਗਾ 9, ਠੀਕ ਹੈ। ਅਤੇ ਇਸ ਜਗ੍ਹਾ 'ਤੇ ਸਾਡੇ ਕੋਲ ਆਵੇਗਾ 3, ਨਹੀਂ ਇਹ ਸਹੀ ਹੈ, ਅਤੇ ਇਸ ਜਗ੍ਹਾ 'ਤੇ ਸਾਡੇ ਕੋਲ ਆ ਜਾਵੇਗਾ 27, ਠੀਕ ਹੈ। 9q ਦੀ ਸਕੁਆਇਰ, ਨਹੀਂ ਇੱਥੇ 27 ਆਵੇਗਾ, ਠੀਕ ਹੈ। 27q ਦੀ ਕਿਊਬ, ਠੀਕ ਹੈ। ਅਤੇ ਬਾਕੀ ਸਵਾਲ ਸਹੀ ਹੈ, ਤੁਸੀਂ ਕਰ ਸਕਦੇ ਹੋ, ਅਤੇ ਬਾਏ ਮਿਸਟੇਕ ਰਹਿ ਗਏ। ਇਸ ਤੋਂ ਬਾਅਦ ਆਪਾਂ ਕੇਸ 2 ਦੀ ਗੱਲ ਕਰਦੇ ਹਾਂ। ਹੁਣ ਆਪਾਂ ਗੱਲ ਕਰਾਂਗੇ ਕੇਸ 2 ਦੀ। ਕੇਸ 2 ਦੇ ਵਿੱਚ ਹੈਗਾ x = 3q + 1। ਜਦੋਂ ਆਪਾਂ ਇਹਦਾ ਘਣ ਕਰ ਦਾਂਗੇ, ਠੀਕ ਹੈ, ਇਹਦੇ ਉੱਤੇ ਆਪਾਂ ਫਾਰਮੂਲਾ ਲਾਵਾਂਗੇ a + b ਦੀ ਕਿਊਬ। ਇਹਦਾ ਉਹ ਬਣਦਾ, ਠੀਕ ਹੈ, a ਦੀ ਕਿਊਬ + b ਦੀ ਕਿਊਬ + 3ab a + b, ਠੀਕ ਹੈ। ਜਦੋਂ ਆਪਾਂ ਉਹਨੂੰ ਖੋਲਾਂਗੇ ਫਾਰਮੂਲੇ ਨੂੰ, ਠੀਕ ਹੈ, x ਦੀ ਕਿਊਬ = 3q + 1 ਦੀ ਕਿਊਬ, ਸਾਡੇ ਕੋਲ ਇਹੀ ਰਕਮ ਹੈ, ਠੀਕ ਹੈ। ਇਹਨੂੰ ਆਪਾਂ ਜਦੋਂ ਚੰਗੀ ਤਰ੍ਹਾਂ ਸੋਲਵ ਕਰਾਂਗੇ, ਪਹਿਲਾਂ ਆਪਾਂ ਇਸ ਸੰਖਿਆ ਦਾ ਕਿਊਬ ਕਰਾਂਗੇ, ਇਹ ਬਣ ਜੂਗਾ 27q ਦੀ ਕਿਊਬ, ਠੀਕ ਹੈ, +1 ਦੀ ਕਿਊਬ ਹੁੰਦੀ ਹੈ 1, ਪਲੱਸ ਜਦੋਂ ਆਪਾਂ ਇਹ ਵਾਲਾ ਪੋਰਸ਼ਨ ਹੈ, ਠੀਕ ਹੈ, ਜਿਹੜਾ ਇਹ ਵਾਲਾ ਪੋਰਸ਼ਨ ਹੈ ਇਸ ਨੂੰ ਸੋਲਵ ਕਰਾਂਗੇ ਤਾਂ ਸਾਡੇ ਕੋਲ ਇਹ ਵਾਲਾ ਭਾਗ ਬਣ ਜਾਵੇਗਾ। ਇਸ ਤੋਂ ਬਾਅਦ ਅਤੇ ਇਸ ਨੂੰ ਆਪਾਂ 3 ਦੀ ਗੁਣਾ ਦੇ ਵਿੱਚ ਲਿਖਣਾ ਹੈ, ਠੀਕ ਹੈ। 3q + 1 ਦੇ ਉਹਦੇ ਵਿੱਚ ਲਿਖਣਾ ਹੈ, ਠੀਕ ਹੈ। ਤਾਂ ਆਪਾਂ ਇਸ ਤਰ੍ਹਾਂ ਲਿਖਿਆ ਜਾਵੇਗਾ,
ਅਤੇ ਜਿਹੜੀ ਸਾਡੇ ਕੋਲ m ਦੀ ਵੈਲਿਊ ਹੈਗੀ ਹੈ ਉਹ ਸਾਡੀ ਇਹ ਸਾਰੀ ਵੈਲਿਊ ਹੈ, ਇਹ 3 ਤੋਂ ਬਿਨਾਂ m ਦੀ ਵੈਲਿਊ ਹੈਗੀ ਹੈ ਇਹ ਵਾਲੀ ਸਾਰੀ ਵੈਲਿਊ। ਠੀਕ ਹੈ, m ਬਰਾਬਰ 9 q ਦੀ ਕਿਊਬ ਪਲੱਸ 3q ਬਰੈਕਟ ਦੇ ਵਿੱਚ 3q ਪਲੱਸ 1। ਅਤੇ ਹੁਣ ਆਪਾਂ ਕੇਸ ਨੰਬਰ 3 ਦੇ ਵਿੱਚ ਚੱਲਦੇ ਹਾਂ। ਠੀਕ ਹੈ, ਇਹਦੇ ਵਿੱਚ ਸਾਡੇ ਕੋਲ x ਬਰਾਬਰ 3q ਪਲੱਸ 2 ਹੈ, ਇਹਦਾ ਆਪਾਂ ਕਿਊਬ ਕਰ ਦਾਂਗੇ। ਜਦੋਂ ਆਪਾਂ ਇਹਦਾ ਕਿਊਬ ਕਰਾਂਗੇ ਸਾਡਾ ਇਹਦਾ ਫਾਰਮੂਲਾ ਬਣੂਗਾ a ਦੀ ਕਿਊਬ ਪਲੱਸ b ਦੀ ਕਿਊਬ ਪਲੱਸ 3ab ਬਰੈਕਟ ਦੇ ਵਿੱਚ a ਪਲੱਸ b। ਅਤੇ ਜਦੋਂ ਆਪਾਂ ਇਸਦਾ ਕਿਊਬ ਕੀਤਾ ਸਾਡੇ ਕੋਲ ਇਹ ਸੰਖਿਆ ਬਣ ਗਈ 27q ਦੀ ਕਿਊਬ ਪਲੱਸ 8 ਪਲੱਸ 18q ਪਲੱਸ 3q ਪਲੱਸ 2। ਠੀਕ ਹੈ, ਇਹਨੂੰ ਆਪਾਂ 3 ਦੀ ਗੁਣਾ ਦੇ ਵਿੱਚ ਲਿਖਾਂਗੇ। 3 ਦੀ ਗੁਣਾ ਦੇ ਵਿੱਚ ਲਿਖਣ ਦੇ ਲਈ ਆਪਾਂ ਇਸ ਤਰ੍ਹਾਂ ਲਿਖ ਦੇਵਾਂਗੇ। ਅਤੇ ਇਸ ਤੋਂ ਬਾਅਦ ਜਿਹੜਾ 8 ਹੈ ਉਸ ਨੂੰ ਆਪਾਂ 3 ਦੀ ਗੁਣਾ ਦੇ ਵਿੱਚ ਨਹੀਂ ਲਿਖ ਸਕਦੇ, ਉਹ ਇਕੱਲਾ ਲਿਖਿਆ ਜਾਵੇਗਾ। ਅਤੇ ਸਾਡੇ ਕੋਲ ਇਹ ਸੰਖਿਆ ਇਸ ਤਰ੍ਹਾਂ ਬਣ ਜਾਵੇਗੀ। ਜਿਹੜੀ ਸਾਡੀ ਇਹ ਵਾਲੀ ਸੰਖਿਆ ਹੈ ਉਸ ਨੂੰ ਆਪਾਂ m ਆਖਾਂਗੇ ਅਤੇ m ਦੀ ਵੈਲਿਊ ਸਾਡੇ ਕੋਲ ਇਸ ਤਰ੍ਹਾਂ ਇੰਨੀ ਆ ਜਾਵੇਗੀ। ਠੀਕ ਹੈ, ਤਾਂ ਆਪਾਂ ਇਸ ਜਿਹੜਾ ਪੂਰਾ ਕੁਐਸਚਨ ਹੈ ਉਹਦੇ ਵਿੱਚ ਇਹੀ ਗੱਲ ਪ੍ਰੂਵ ਕਰ ਦਿੱਤੀ। ਇਹਨੂੰ ਆਪਾਂ 3m ਪਲੱਸ 8 3m ਪਲੱਸ 1 ਅਤੇ 3m ਇਹਨਾਂ ਤਿੰਨ ਰੂਪਾਂ ਦੇ ਵਿੱਚ ਹੀ ਲਿਖ ਸਕਦੇ ਹਾਂ। ਠੀਕ ਹੈ, 3 ਰੂਪ ਸਾਡੇ ਕੋਲ ਪ੍ਰੂਵ ਹੋ ਗਏ। ਠੀਕ ਹੈ, ਤਾਂ ਜਿਹੜੀ ਇਹ ਲੜੀ ਹੈ ਇਹਦੇ ਕੁਐਸਚਨ ਜਿਹੜੇ ਪੂਰੇ ਹੋ ਗਏ ਨੇ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਦੇ ਆਪਾਂ 10ਵੀਂ ਕਲਾਸ ਦੇ ਜਿਹੜੇ ਹੋਰ ਮੈਥ ਦੇ ਲੈਕਚਰ ਨੇ ਉਹ ਵੀ ਪਾਵਾਂਗੇ। ਠੀਕ ਹੈ, ਧੰਨਵਾਦ।